ਕੈਨੇਡਾ ਸਟੱਡੀ ਵੀਜ਼ਾ ਅਪਡੇਟ ਸਾਂਝੇ ਕਰਨ ਜਾ ਰਹੇ ਹਾਂ ਜੀ। ਸੋ ਪੀਟੀ ਨੂੰ ਲੈ ਕੇ ਜਿਹੜਾ ਅਪਡੇਟ ਆਇਆ ਉਸ ਤੋਂ ਬਾਅਦ ਸਟੂਡੈਂਟਸ ਹੁਣ ਕਿਵੇਂ ਅਪਲਾਈ ਕਰ ਸਕਦੇ ਨੇ, ਕਿੰਨੇ ਕੁ ਵਧੀਆ ਮੌਕੇ ਉਹਨਾਂ ਲਈ ਹੁਣ ਰਹਿ ਸਕਦੇ ਨੇ ਜਿਨ੍ਹਾਂ ਨੇ ਪੀਟੀ ਕੀਤੀ ਹੋਈ ਸੀ। ਨਾਲ ਦੀ ਨਾਲ ਆਪਾਂ ਖਾਸ ਤੌਰ ਤੇ ਕੈਨੇਡਾ ਪੀਆਰ ਤੇ ਵੀ ਗੱਲ ਕਰਨੀ ਹੈ। ਬਹੁਤ ਸਾਰੇ ਸਵਾਲ ਤੁਹਾਡੇ ਸਾਡੇ ਤੱਕ ਹਮੇਸ਼ਾ ਪਹੁੰਚਦੇ ਨੇ ਤੇ ਖਾਸ ਸ਼ੋਅ ਅਸੀਂ ਲੈ ਕੇ ਆਨੇ ਆ ਜਿਸ ਦੇ ਵਿੱਚ ਆਪਾਂ ਕੈਨੇਡਾ ਪੀਆਰ ਬਾਰੇ ਵੀ ਡਿਸਕਸ਼ਨ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਕਈ ਸਵਾਲਾਂ ਦੇ ਜਵਾਬ ਅੱਜ ਦੇ ਸ਼ੋਅ ਜ਼ਰੀਏ ਤੁਹਾਨੂੰ ਮਿਲ ਜਾਣਗੇ। ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਤੋਂ ਵੀਜ਼ਾ ਐਕਸਪਰਟ ਰਿਤੂ ਬਿਰਲਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਿਤੂ ਜੀ, ਸਭ ਤੋਂ ਪਹਿਲਾਂ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਜਿਵੇਂ ਹਰ ਵਾਰ ਕੈਨੇਡਾ ਪੀਆਰ ਤੇ ਦੀ ਉੱਪਰ ਡਿਸਕਸ਼ਨ ਕਰਦੇ ਹਾਂ, ਤੁਸੀਂ ਬਹੁਤ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਵੀ ਕਰਦੇ ਹੋ। ਆਪਾਂ ਅਗਰ ਸਾਫ਼ ਤੌਰ ਤੇ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹੀਏ ਕੈਨੇਡਾ ਪੀਆਰ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਔਖਾ ਪ੍ਰੋਸੈਸ ਸਮਝਿਆ ਜਾਵੇ, ਕਿਸ ਤਰ੍ਹਾਂ ਦੀ ਪ੍ਰੋਫਾਈਲਸ, ਕਿਸ ਤਰ੍ਹਾਂ ਦੇ ਕੈਂਡੀਡੇਟਸ ਜੋ ਹੈ ਫਟਾਫਟ ਅਪਲਾਈ ਕਰਕੇ ਕੈਨੇਡਾ ਪੀਆਰ ਲਈ ਜੋ ਹੈ ਐਲੀਜੀਬਲ ਹੈ ਔਰ ਉਹ ਪੀਆਰ ਲੈ ਸਕਦੇ ਨੇ। ਬਿਲਕੁਲ ਮੈਮ, ਜਿਵੇਂ ਹਰ ਵਾਰੀ ਆਪਾਂ ਡਿਸਕਸ ਕਰਦੇ ਕਿ 5 ਫੈਕਟਰਸ ਜਿਹੜੇ ਆ ਪੀਆਰ ਲਈ ਬਹੁਤ ਜ਼ਿਆਦਾ ਮੈਟਰ ਕਰਦੇ ਆ, ਜਿਹਦੇ 'ਚ ਤੁਹਾਡੀ ਏਜ ਜਿਹੜੀ ਹੈ ਉਹ ਬਿਲੋ 50 ਹੋਣੀ ਚਾਹੀਦੀ ਹੈ। ਆਇਲਸ ਤੁਹਾਡੇ ਕੋਲ ਮਿਨੀਮਮ 5 ਬੈਂਡ ਹੋਣੇ ਚਾਹੀਦੇ ਆ, ਮਿਨੀਮਮ ਕੁਆਲੀਫਿਕੇਸ਼ਨ +2 ਹੋਣੀ ਚਾਹੀਦੀ ਹੈ ਤੇ 2 ਸਾਲ ਦਾ ਐਕਸਪੀਰੀਅੰਸ। ਇਹ 5 ਚੀਜ਼ਾਂ ਜਿਹੜੀ ਹੈਗੀ ਹੈ ਤੁਹਾਡੇ ਕੋਲ ਹੋਣੀ ਬਹੁਤ ਇੰਪੋਰਟੈਂਟ ਹੈ ਤੇ ਬਹੁਤ ਹੀ ਐਵਰੇਜ ਪ੍ਰੋਫਾਈਲ ਹੁੰਦੀ ਹੈ ਜਿਹਦੇ 'ਚ ਤੁਸੀਂ ਉਹਦੇ ਨਾਲ ਵੀ ਆਪਣੀ ਜਿਹੜੀ ਪੀਆਰ ਪ੍ਰੋਗਰਾਮ ਦੀ ਫਾਈਲ ਹੈ ਲਾ ਸਕਦੇ ਹੋ। ਜੀ ਜੀ ਜੀ। ਸੋ ਕਾਲਸ ਵੀ ਆਣੀਆਂ ਸ਼ੁਰੂ ਹੋ ਚੁੱਕੀਆਂ। ਪਹਿਲੀ ਕਾਲ ਵੀ ਰਿਸੀਵ ਕਰਦੇ ਹਾਂ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਨਪ੍ਰੀਤ ਗੱਲ ਕਰ ਰਹੀ ਹਾਂ ਜਲੰਧਰ ਤੋਂ। ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰਾ ਸਵਾਲ ਇਹ ਹੈ ਕਿ ਮੈਂ ਪੀਆਰ ਵਾਸਤੇ ਅਪਲਾਈ ਕਰਨਾ ਹੈ ਓਕੇ ਔਰ ਟੀਚਿੰਗ ਦਾ ਐਕਸਪੀਰੀਅੰਸ ਹੈ। ਜੀ, ਐਮਏ ਬੀਐਡ ਹੈ ਮੈਂ ਔਰ 4 ਤੋਂ 5 ਸਾਲ ਦਾ ਐਕਸਪੀਰੀਅੰਸ ਹੈ ਮੇਰਾ। ਠੀਕ ਹੈ। ਮੇਰੀ ਏਜ ਹੈਗੀ 32। ਹੂੰ, ਫੀਸ ਬੈਂਡ ਹੈ ਮੇਰੇ, ਤਾਂ ਪੀਆਰ ਦਾ ਹੋ ਸਕਦਾ ਹੈ ਮੇਰਾ? ਹਾਂਜੀ। ਬਿਲਕੁਲ ਮੈਮ, ਯੂ ਕੈਨ ਅਪਲਾਈ ਫॉर ਪੀਆਰ ਪ੍ਰੋਗਰਾਮ। ਤੇ ਟੀਚਰ ਦਾ ਜਿਹੜਾ ਪ੍ਰੋਫਾਈਲ ਹੈ ਇਨ ਡਿਮਾਂਡ ਵੀ ਪ੍ਰੋਫੈਸ਼ਨ ਹਮੇਸ਼ਾ ਰਿਹਾ ਹੈ ਕੈਨੇਡਾ ਦੇ ਵਿੱਚ, ਬਟ ਡਰਾਅ ਦੇ ਵਿੱਚ ਬਹੁਤ ਹੀ ਘੱਟ ਜੇ ਤੁਸੀਂ ਬਿਨਾਂ ਕਿਸੇ ਸਪਾਂਸਰ ਦੇ ਆਪਣੀ ਫਾਈਲ ਨੂੰ ਲਾਓਗੇ ਦੈਨ ਤੁਹਾਨੂੰ ਆਪਣੇ ਡਰਾਅ ਦੇ ਲਈ ਵੇਟ ਕਰਨਾ ਪੈ ਸਕਦਾ ਹੈ। ਅਦਰਵਾਈਜ਼ ਵੀ ਹੈਵ ਸਮ ਆਪਸ਼ਨ, ਅਸੀਂ ਤੁਹਾਨੂੰ ਸਪਾਂਸਰ ਅਰੇਂਜ ਕਰਕੇ ਵੀ ਤੁਹਾਡੀ ਜਿਹੜੀ ਫਾਈਲ ਹੈ ਪੀਆਰ ਲਈ ਰਿਪਰੈਜ਼ੈਂਟ ਕਰ ਸਕਦੇ ਹਾਂ। ਤੇ ਆਲਰੇਡੀ ਜਿਹੜੇ ਸਾਡੇ ਵੀਜ਼ਾਜ਼ ਆਏ ਨੇ ਟੀਚਰਸ ਦੇ ਸਭ ਤੋਂ ਜ਼ਿਆਦਾ ਆਏ ਨੇ ਪੀਆਰ ਦੇ। ਸ਼ੋਅ ਦੇ ਐਂਡ ਦੇ ਵਿੱਚ ਅਸੀਂ ਉਹਨਾਂ ਦੀ ਇੱਕ ਵੀਡੀਓ ਰਿਕਾਰਡਿੰਗਸ ਜਿਹੜੀਆਂ ਉਹ ਵੀ ਸ਼ੇਅਰ ਕਰਾਂਗੇ, ਤੁਸੀਂ ਉਹਨਾਂ ਦੇ ਐਕਸਪੀਰੀਅੰਸ ਵੀ ਜਿਹੜੇ ਆ ਦੇਖ ਸਕਦੇ ਹੋ। ਜੀ ਜੀ, ਬਿਲਕੁਲ ਬਿਲਕੁਲ। ਆਪਣੇ ਬਾਕੀ ਦਰਸ਼ਕਾਂ ਨੂੰ ਵੀ ਅਸੀਂ ਜ਼ਰੂਰ ਕਹਿਣਾ ਚਾਹਾਂਗੇ, ਤੁਹਾਡੇ ਵੀ ਕੋਈ ਸਵਾਲ ਹੋਣ ਤਾਂ ਤੁਸੀਂ ਜਿਹੜਾ ਸਕਰੀਨ ਤੇ ਨੰਬਰ ਹੈ ਇਸ ਦੇ ਉੱਪਰ ਕਾਲ ਜ਼ਰੂਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਪਤਾ ਚੱਲ ਸਕੇ ਤੁਹਾਡੇ ਲਈ ਸਹੀ ਰਸਤਾ ਕੀ ਰਹਿਣ ਵਾਲਾ ਹੈ ਅੱਗੋਂ, ਅਗਰ ਤੁਸੀਂ ਕੈਨੇਡਾ ਵਿੱਚ ਆਪਣੀ ਸੈਟਲਮੈਂਟ ਦੇਖਣਾ ਚਾਹੁੰਦੇ ਹੋ। ਜਦੋਂ ਆਪਾਂ ਕੈਨੇਡਾ ਪੀਆਰ ਦੀ ਗੱਲ ਕਰਦੇ ਹਾਂ ਤਾਂ ਕਈਆਂ ਦੇ ਸਵਾਲ ਹੁੰਦੇ ਆ LMIA ਦੇ ਜ਼ਰੀਏ ਅਸੀਂ ਅੱਗੇ ਵਧਣਾ ਚਾਹੀਏ ਤਾਂ ਕਿੰਨਾ ਕੁ ਫਰਕ ਰਹਿੰਦਾ LMIA ਤੇ ਜਾਈਏ ਜਾਂ ਅਸੀਂ ਡਾਇਰੈਕਟ ਪੀਆਰ ਦਾ ਪ੍ਰੋਸੈਸ ਸ਼ੁਰੂ ਕਰਵਾਈਏ? ਮੈਮ LMIA ਇਜ਼ ਓਨਲੀ ਫॉर ਵਰਕ ਪਰਮਿਟ। LMIA ਦੇ ਬੇਸਿਸ ਤੇ ਪੀਆਰ ਜਿਹੜੀ ਹੈ ਉੱਥੇ ਜਾ ਕੇ ਹੁੰਦੀ ਹੈ, 2 ਸਾਲ ਬਾਅਦ ਹੁੰਦੀ ਹੈ। ਸਭ ਤੋਂ ਜ਼ਿਆਦਾ ਪੀਆਰ ਪ੍ਰੋਗਰਾਮ ਦੇ ਵਿੱਚ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੈਕ ਹੈਗੀ ਹੈ। ਸਾਨੂੰ ਨੌਲੇਜ ਨਹੀਂ ਹੈਗੀ ਹੈ ਕਿ ਪੀਆਰ ਕਿਵੇਂ ਅਪਲਾਈ ਹੁੰਦਾ ਹੈ। ਹਰ ਪ੍ਰੋਵਿੰਸ ਦਾ ਡਿਫਰੈਂਟ ਸਿਸਟਮ ਹੁੰਦਾ ਹੈ। ਸਾਡੇ ਕੋਲ ਬਹੁਤ ਜ਼ਿਆਦਾ ਇੱਦਾਂ ਦੇ ਪ੍ਰੋਗਰਾਮ ਹੈ ਜਿਹਦੇ ਵਿੱਚ ਸ਼ੋਰਿਟੀ ਬਹੁਤ ਜ਼ਿਆਦਾ ਹੈ। ਬਿਕੋਜ਼ ਜੇ ਆਪਾਂ ਗੱਲ ਕਰੀਏ ਐਟਲੈਂਟਿਕ ਦੀ, ਐਟਲੈਂਟਿਕ ਦੇ ਵਿੱਚ 5 ਬੈਂਡ ਦੇ ਨਾਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਉੱਥੇ ਪੀਆਰ ਦੀ ਨੋਮੀਨੇਸ਼ਨ ਅਪਰੂਵ ਹੁੰਦੀ ਹੈ। ਪੀਆਰ ਨੋਮੀਨੇਸ਼ਨ ਅਪਰੂਵ ਹੋਣ ਤੋਂ ਬਾਅਦ ਤੁਸੀਂ ਆਪਣਾ ਵਰਕ ਪਰਮਿਟ ਫਾਈਲ ਕਰਕੇ ਵੀ ਜਾ ਸਕਦੇ ਹੋ ਕਿ ਵੀ ਆਲਰੇਡੀ ਹੈਵ ਨੋਮੀਨੇਸ਼ਨ। ਸਾਨੂੰ ਜਦੋਂ ਤੱਕ ਪੀਆਰ ਦਾ ਡਰਾਅ ਨਹੀਂ ਆ ਰਿਹਾ, ਸਾਨੂੰ ਵਰਕ ਪਰਮਿਟ ਦੇ ਸਟੇਟਸ ਤੇ ਤੁਸੀਂ ਜਾਣ ਦਿਓ। ਤੇ ਇਹ ਬਹੁਤ ਹੀ ਇੱਕ ਵਧੀਆ ਪ੍ਰੋਗਰਾਮ ਹੈ ਐਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਜਿਹੜਾ ਕਿ ਅਸੀਂ ਆਲਰੇਡੀ ਡੀਲ ਕਰ ਰਹੇ ਹਾਂ ਐਂਡ ਵੀ ਆਲਰੇਡੀ ਗॉट ਵੈਰੀ ਗੁੱਡ ਸਕਸੈਸ ਇਨ ਦਿਸ ਪ੍ਰੋਗਰਾਮ, ਜਿਹਦੇ ਵਿੱਚ ਸਕਸੈਸ ਸਟੋਰੀ ਸਾਡੇ ਆਨਲਾਈਨ ਪੇਜ ਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਜੀ, ਅਗਲੀ ਕਾਲ ਵੀ ਰਿਸੀਵ ਕਰਦੇ ਹਾਂ। ਹੈਲੋ ਹੈਲੋ, ਹਾਂਜੀ ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ 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 ਮੈਮ, ਮੈਂ ਰਣਦੀਪ ਸਿੰਘ ਗੱਲ ਕਰ ਰਿਹਾ। ਹਾਂਜੀ, ਕੀ ਸਵਾਲ ਹੈ? ਅੰਮ੍ਰਿਤਸਰ ਤੋਂ ਬੋਲ ਰਿਹਾ ਮੈਂ ਨਾ ਆਪਣੀ ਸਿਸਟਰ ਬਾਰੇ ਪੁੱਛਣਾ ਸੀਗਾ ਮੈਡਮ। ਉਹਨੇ ਨਾ ਰੀਸੈਂਟਲੀ ਉਹਨੇ +2 ਕੰਪਲੀਟ ਕੀਤੀ ਆ। ਠੀਕ ਹੈ। ਤੇ ਉਹਨਾਂ ਨੂੰ +2 ਕੰਪਲੀਟ ਕੀਤੀ ਆ, ਸਟੱਡੀ ਬਾਰੇ ਪੁੱਛਣਾ ਸੀਗਾ ਮੈਡਮ ਮੈਂ। ਓਕੇ, ਸਟੱਡੀ ਵੀਜ਼ਾ ਤੇ ਪੇਅਰ ਕੀਤਾ ਹੈ? ਹਾਂਜੀ ਹਾਂਜੀ ਮੈਡਮ, ਕੈਨੇਡਾ ਭੇਜਣਾ ਸੀਗਾ। ਆਇਲਸ ਕਲੀਅਰ ਕਰ ਚੁੱਕੇ ਨੇ? ਕਿੰਨਾ ਸਕੋਰ ਹੈ? ਮੈਡਮ ਆਈਲੈਟਸ ਦੀ ਤਿਆਰੀ ਕਰ ਰਹੇ ਨੇ। ਓਕੇ, +2 ਵਿੱਚ ਕਿੰਨੀ ਪਰਸੈਂਟੇਜ ਹੈ? ਮੈਡਮ 67% ਨੇ। ਤੇ ਕਿਹੜੀ ਸਟਰੀਮ ਦੇ ਵਿੱਚ ਕੀਤੀ ਹੈ +2? ਮੈਡਮ ਆਰਟਸ ਦੇ ਵਿੱਚ ਕੀਤੀ ਆ।
ਆਰਟਸ ਦੇ ਵਿੱਚ ਕੀਤੀ ਹੈ ਤੇ ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਵੀ ਨੀਡ ਮਿਨੀਮਮ 6 ਈਚ ਇਨ ਆਇਲਸ ਐਂਡ ਨਾਓ ਜਿਹੜਾ ਨਵਾਂ ਅਪਡੇਟ ਸਟੂਡੈਂਟ ਵੀਜ਼ਾ ਨੂੰ ਲੈ ਕੇ ਆਇਆ ਹੈ ਕਿ ਪੀਟੀ ਵਾਲੇ ਸਟੂਡੈਂਟ ਵੀ ਹੁਣ ਸਟੂਡੈਂਟ ਡਾਇਰੈਕਟ ਸਟਰੀਮ ਦੇ ਵਿੱਚ ਅਪਲਾਈ ਕਰ ਸਕਦੇ ਨੇ। ਇਹ ਬਹੁਤ ਹੀ ਵਧੀਆ ਜਿਹੜਾ ਅਪਡੇਟ ਆਇਆ ਬਿਕੋਜ਼ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਸੀਗੇ ਹੂ ਆਰ ਨਾਟ ਏਬਲ ਟੂ ਡੂ ਆਇਲਸ ਬਟ ਉਹਨਾਂ ਦਾ ਪੀਟੀ ਸਕੋਰ ਬਹੁਤ ਵਧੀਆ ਸੀਗਾ ਬਟ ਵਧੀਆ ਸਕੋਰ ਹੋਣ ਕਰਕੇ ਵੀ ਉਹਨਾਂ ਨੂੰ ਜਨਰਲ ਕੈਟੇਗਰੀ ਦੇ ਵਿੱਚ ਫਾਈਲ ਲਾਣੀ ਪੈ ਰਹੀ ਸੀਗੀ ਤੇ ਹੁਣ ਸਾਰਿਆਂ ਬੱਚਿਆਂ ਲਈ ਇਹ ਬਹੁਤ ਹੀ ਗੁੱਡ ਨਿਊਜ਼ ਹੈ ਜਿਹਦੇ ਵਿੱਚ ਤੁਸੀਂ ਵੀ ਪੀਟੀ ਦੇ ਨਾਲ ਵੀ ਆਪਣੀ ਜਿਹੜੀ ਫਾਈਲ ਹੈ ਉਹ ਐਸਡੀਐਸ ਕੈਟੇਗਰੀ ਦੇ ਵਿੱਚ ਲਾ ਸਕਦੇ ਹੋ। ਤੇ ਗੱਲ ਕਰਦੇ ਹਾਂ ਆਪਾਂ ਆਰਟਸ ਦੇ ਸਟੂਡੈਂਟਸ ਦੇ ਬੱਚਿਆਂ ਦੀ। ਆਰਟਸ ਦੇ ਸਟੂਡੈਂਟਸ ਲਈ ਆਪਸ਼ਨ ਜਿਹੜੀ ਉਹ ਥੋੜੀ ਜਿਹੀ ਲਿਮਿਟਡ ਹੋ ਜਾਂਦੀ ਹੈ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਨਹੀਂ ਅਪਲਾਈ ਕਰ ਸਕਦੇ। ਹਸਪਿਟੈਲਿਟੀ ਪ੍ਰੋਗਰਾਮ ਤੋਂ ਲੈ ਕੇ ਆਫਿਸ ਐਡਮਿਨ ਦੇ ਪ੍ਰੋਗਰਾਮ ਤੋਂ ਲੈ ਕੇ ਸਾਈਕੋਲੋਜੀ ਤੋਂ ਲੈ ਕੇ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮਸ ਨੇ ਜੋ ਕਿ ਇੱਕ ਆਰਟਸ ਦੇ ਸਟੂਡੈਂਟਸ ਹੀ ਅਪਲਾਈ ਕਰ ਸਕਦੇ ਨੇ ਤੇ ਬੱਚੇ ਦਾ ਇੰਟਰਸਟ ਜਿਹੜਾ ਇੱਕ ਕਾਉਂਸਲਿੰਗ ਪਾਰਟ ਜਿਹੜਾ ਹੈ ਆਲਵੇਜ਼ ਬੱਚੇ ਨਾਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੁਸੀਂ ਬੱਚੇ ਨੂੰ ਲੈ ਕੇ ਆਫਿਸ ਜ਼ਰੂਰ ਆਓ ਤਾਂ ਕਿ ਸਾਨੂੰ ਇਹ ਵੀ ਪਤਾ ਲੱਗ ਸਕੇ ਕਿ ਬੱਚੇ ਦਾ ਜਿਹੜਾ ਇੰਟਰਸਟ ਹੈ ਉਹ ਕਿਸ ਪਾਸੇ ਹੈ, ਉਸ ਤੋਂ ਰੈਲੇਵੈਂਟ ਬੱਚੇ ਦਾ ਜਿਹੜਾ ਕੋਰਸ ਹੈ ਉਹ ਸਾਨੂੰ ਲੈਣਾ ਬਹੁਤ ਇੰਪੋਰਟੈਂਟ ਹੁੰਦਾ ਹੈ। ਜੀ 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 ਬਿਲਕੁਲ। ਸੋ ਚਾਹੇ ਕਿ ਤੁਹਾਡਾ ਪੀਆਰ ਨੂੰ ਲੈ ਕੇ ਕੋਈ ਸਵਾਲ ਹੋਵੇ, ਚਾਹੇ ਕਿ ਸਟੱਡੀ ਵੀਜ਼ਾ ਨੂੰ ਲੈ ਕੇ ਤੁਹਾਡਾ ਕੋਈ ਸਵਾਲ ਹੈ, ਇਹ ਨੰਬਰ ਜਿਹੜਾ ਡਿਸਪਲੇ ਹੈ ਇਸ ਦੇ ਉੱਪਰ ਤੁਸੀਂ ਕਾਲ ਜ਼ਰੂਰ ਕਰੋ ਤੁਹਾਡਾ ਕੋਈ ਵੀ ਡਾਊਟ ਕਲੀਅਰ ਕਰਨ ਦੇ ਲਈ। ਨਾਲ ਦੀ ਨਾਲ ਜੇਕਰ ਤੁਸੀਂ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਆਫਿਸ ਜਾਣਾ ਚਾਹੁੰਦੇ ਹੋ ਤਾਂ ਸੈਕਟਰ 82 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਆਓ ਜਦੋਂ ਵੀ ਤੁਸੀਂ ਆਉਂਦੇ ਹੋ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਰਾਈਟ ਆਪਸ਼ਨਸ ਹੀ ਗਾਈਡ ਕੀਤੀਆਂ ਜਾ ਸਕਣ ਤੇ ਤੁਸੀਂ ਸਹੀ ਰਸਤੇ ਤੇ ਚੱਲਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕੋ। ਸੋ ਨਾਲ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਸ਼ੋਅ ਦੇ ਦੌਰਾਨ ਤੁਸੀਂ ਵੀ ਕਾਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਇਨ ਕੇਸ ਸ਼ੋਅ ਦੇ ਦੌਰਾਨ ਤੁਹਾਡੀ ਕਾਲ ਨਹੀਂ ਲੱਗਦੀ ਹੈ ਤਾਂ ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਤੇ ਪੂਰੀ ਜਾਣਕਾਰੀ ਜੋ ਹੈ ਆਪਣੀ ਪ੍ਰੋਫਾਈਲ ਨੂੰ ਲੈ ਕੇ ਵੀ ਤੁਸੀਂ ਲੈ ਸਕਦੇ ਹੋ। ਸੋ ਆਪਾਂ ਗੱਲ ਫਿਲਹਾਲ ਕੈਨੇਡਾ ਪੀਆਰ ਤੇ ਹੀ ਜਿਵੇਂ ਕਰ ਰਹੇ ਸੀ ਤਾਂ ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ, ਜਿਵੇਂ ਆਪਾਂ ਹਰ ਵਾਰੀ ਗੱਲ ਖੇਤੀਬਾੜੀ ਜਿਹੜੇ ਕਰਦੇ ਨੇ ਉਹਨਾਂ ਦੀ ਕਰਦੇ ਹਾਂ ਕਿਉਂਕਿ ਸਵਾਲ ਉਹਨਾਂ ਦੇ ਸਾਡੇ ਕੋਲ ਆਲਰੇਡੀ ਬਹੁਤ ਸਾਰੇ ਆਉਂਦੇ ਆ। ਸਾਡੇ ਪੰਜਾਬ ਵਿੱਚ ਮੁੱਖ ਕਿੱਤਾ ਮੰਨਿਆ ਜਾਂਦਾ ਖੇਤੀਬਾੜੀ। ਸੋ ਇੱਕ ਵਾਰ ਫਿਰ ਤੋਂ ਮੈਂ ਸਵਾਲ ਦੁਹਰਾਉਣਾ ਚਾਹੂੰਗੀ, ਜਿਹੜੇ ਖੇਤੀਬਾੜੀ ਨਾਲ ਜੁੜੇ ਲੋਕ ਨੇ ਉਹਨਾਂ ਵਿੱਚੋਂ ਅਗਰ ਕੋਈ ਪੀਆਰ ਲਈ ਜਾਣਾ ਚਾਹੁੰਦਾ ਹੈ ਕੈਨੇਡਾ ਉਹ ਕੀ ਕਰਨ। ਸੋ ਪਹਿਲਾਂ ਇਹ ਕਾਲ ਅਸੀਂ ਰਿਸੀਵ ਕਰਦੇ ਹਾਂ, ਆਨਸਰ ਅਸੀਂ ਕੰਟੀਨਿਊ ਰੱਖਾਂਗੇ ਤੁਹਾਡੇ ਤੋਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? सत श्री अकाल मैम, मेरा नाम पलक शर्मा है, मैं अम्बाला से बात कर रही हूँ। हाँ जी पलक जी, की सवाल है? मैम मेरा एक्चुअली सवाल है, मैं मेकअप आर्टिस्ट हूँ, 4 साल का मेरे पास एक्सपीरियंस है और मैं फ्रीलांसिंग भी करती हूँ। ओके, इसमें मेरी 6.5 बैंड है। ठीक है जी। हाँ जी, तो मेरा क्या बन सकता है? ਬਿਲਕੁਲ ਪਲਕ, ਵੀ ਹੈਵ ਅ ਸਪੈਸ਼ਲ ਕੈਟੇਗਰੀ ਫॉर ਮੇਕਅਪ ਆਰਟਿਸਟ ਜਿਹਦੇ ਵਿੱਚ ਅਸੀਂ ਹਰ ਵਾਰੀ ਗੱਲ ਕਰਦੇ ਹਾਂ ਸੈਲਫ ਐਮਪਲੋਇਡ ਕੈਟੇਗਰੀ। ਜੇ ਤੁਹਾਡਾ ਕੋਈ ਵੀ ਐਕਸਪੀਰੀਅੰਸ ਕਿਸੇ ਵੀ ਸੈਲੀਬ੍ਰਿਟੀ ਨਾਲ ਰਿਹਾ ਹੈ, ਤੁਹਾਡਾ ਕੋਈ ਵੀ ਐਕਸਪੀਰੀਅੰਸ ਬ੍ਰੌਡਕਾਸਟਿੰਗ ਟੀਮ ਦੇ ਨਾਲ ਰਿਹਾ ਹੈ ਤੇ ਤੁਸੀਂ ਮੇਕਅਪ ਆਰਟਿਸਟ ਹੋ, ਤੁਸੀਂ ਕਾਫੀ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਤੇ ਤੁਸੀਂ ਸੈਲਫ ਐਮਪਲੋਇਡ ਕੈਟੇਗਰੀ ਦੇ ਥਰੂ ਫੈਡਰਲ ਪੀਆਰ ਜਿਹੜੀ ਹੈ ਕੈਨੇਡਾ ਦੀ ਉਹ ਲੈ ਸਕਦੇ ਹੋ। ਇਹਦੇ ਲਈ ਸਾਨੂੰ ਆਇਲਸ ਦੀ ਇਵਨ ਲੋੜ ਨਹੀਂ ਹੈ ਬਟ ਤੁਸੀਂ ਆਲਰੇਡੀ 6 ਈਚ ਜਿਹੜਾ ਹੈ ਸਕੋਰ ਕੀਤਾ ਹੋਇਆ ਹੈ। 6 ਸਕੋਰ ਦੇ ਨਾਲ ਤੁਹਾਨੂੰ ਆਇਲਸ ਦੇ ਪੁਆਇੰਟਸ ਵੀ ਗੇਨ ਹੋਣਗੇ ਕਿ ਤੁਸੀਂ ਆਪਣੀ ਜਿਹੜੀ ਪੀਆਰ ਦੀ ਫਾਈਲ ਹੈ ਉਹਦੇ ਲਈ ਬਿਲਕੁਲ ਕੁਆਲੀਫਾਈ ਕਰਦੇ ਹੋ। ਤੇ ਵਧੇਰੀ ਜਾਣਕਾਰੀ ਲਈ ਤੁਸੀਂ ਇੱਕ ਵਾਰੀ ਆਫਿਸ ਜ਼ਰੂਰ ਵਿਜ਼ਿਟ ਕਰੋ। ਤੁਹਾਨੂੰ ਇੱਕ ਕਾਉਂਸਲਿੰਗ ਸੈਸ਼ਨ ਜਿਹੜਾ ਹੈ ਫ੍ਰੀ ਆਫ ਕਾਸਟ ਸਾਡੀ ਟੀਮ ਦੇ ਵੱਲੋਂ ਪ੍ਰੋਵਾਈਡ ਕੀਤਾ ਜਾਏਗਾ ਕਿ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟਸ ਰਿਕੁਆਇਰਡ ਨੇ, ਕਿਵੇਂ ਤੁਸੀਂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਕੇ ਆਪਣਾ ਜਿਹੜਾ ਪੀਆਰ ਦਾ ਵੀਜ਼ਾ ਹੈ ਉਹ ਸਿਕਿਉਰ ਕਰ ਸਕਦੇ ਹੋ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਅਲੱਗ-ਅਲੱਗ ਪ੍ਰੋਫਾਈਲਸ ਹੁੰਦੀਆਂ, ਹਰ ਇੱਕ ਦਾ ਅਲੱਗ-ਅਲੱਗ ਪ੍ਰੋਫੈਸ਼ਨ ਹੁੰਦਾ ਹੈ, ਉਸ ਦੇ ਅਕੋਰਡਿੰਗਲੀ ਤੁਸੀਂ ਕਿਵੇਂ ਜਾ ਸਕਦੇ ਹੋ, ਐਲੀਜੀਬਲ ਹੋ ਕਿ ਨਹੀਂ ਹੋ, ਪੂਰੀ ਜਾਣਕਾਰੀ ਦੇ ਲਈ ਤੁਹਾਨੂੰ ਆਪਣੇ ਡਾਕੂਮੈਂਟਸ ਬਾਰੇ ਅਸੈਸਮੈਂਟ ਤਾਂ ਕਰਵਾਉਣੀ ਪੈਂਦੀ। ਨਾਲ ਦੀ ਨਾਲ ਤੁਸੀਂ ਅਗਰ ਖੁਦ ਵਿਜ਼ਿਟ ਕਰਦੇ ਹੋ ਇਹਨਾਂ ਦੇ ਆਫਿਸ, ਫੇਸ ਟੂ ਫੇਸ ਗੱਲ ਕਰਦੇ ਹੋ, ਸੋ ਬਹੁਤ ਚੀਜ਼ਾਂ ਐਕਸਪਲੋਰ ਹੁੰਦੀ ਹੈ, ਤੁਹਾਨੂੰ ਵੀ ਪਤਾ ਚੱਲਦਾ ਹੈ ਕਿ ਤੁਸੀਂ ਕਿਹੜੀ ਆਪਸ਼ਨਸ ਦੇ ਨਾਲ ਸੈਟਲਮੈਂਟ ਜੋ ਹੈ ਪਾ ਸਕਦੇ ਹੋ ਕੈਨੇਡਾ ਦੀ। ਸੋ ਮੈਂ ਗੱਲ ਜੋ ਕਰ ਰਹੀ ਸੀ ਐਗਰੀਕਲਚਰ ਨਾਲ ਜੁੜੇ ਲੋਕਾਂ ਦੀ, ਸੋ ਉਹਨਾਂ ਬਾਰੇ ਤੁਸੀਂ ਕੀ ਕਹੋਗੇ, ਕਿਹੜੇ ਡਾਕੂਮੈਂਟਸ ਉਹਨਾਂ ਕੋਲ ਹੋਣੇ ਬਹੁਤ ਜ਼ਰੂਰੀ ਨੇ ਜੇਕਰ ਉਹ ਕੈਨੇਡਾ ਪੀਆਰ ਚਾਹੁੰਦੇ ਨੇ? ਫਾਰਮਰਸ ਦੇ ਲਈ ਆਲਵੇਜ਼ ਐਕਸਪੀਰੀਅੰਸ ਸਭ ਤੋਂ ਜ਼ਿਆਦਾ ਮੈਂਡੇਟਰੀ ਹੈ ਕਿ ਜੇ ਤੁਸੀਂ ਫਾਰਮਰ ਦਾ ਹੀ ਕੰਮ ਅੱਗੇ ਕਰਨਾ ਚਾਹੁੰਦੇ ਹੋ ਤੇ ਤੁਸੀਂ ਫਾਰਮਿੰਗ ਦੇ ਥਰੂ ਹੀ ਪੀਆਰ ਲੈਣਾ ਚਾਹੁੰਦੇ ਹੋ, ਤੁਹਾਡੇ ਕੋਲ ਇੱਥੇ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਆਪਣੀ ਜ਼ਮੀਨ 'ਤੇ ਹੀ ਤੁਸੀਂ ਵਾਹੀ ਕਰਦੇ ਪਏ ਹੋ, ਕੰਮ ਕਰਦੇ ਪਏ ਹੋ, ਤੁਸੀਂ ਲੀਜ਼ 'ਤੇ ਵੀ ਲੈ ਕੇ ਜੇ ਕੰਮ ਕਰ ਰਹੇ ਹੋ ਤੁਸੀਂ ਉਹਨੂੰ ਪ੍ਰੂਵ ਕਰ ਸਕਦੇ ਹੋ ਕਿ ਅਸੀਂ ਕੰਮ ਕਰ ਰਹੇ ਹਾਂ ਜੇ ਫਾਰਮ ਦੇ ਰਾਹੀਂ, ਤਹਿਸੀਲਦਾਰ ਦੇ ਇਨਕਮ ਸਰਟੀਫਿਕੇਟ ਰਾਹੀਂ। ਤੇ ਬਹੁਤ ਸਾਰੇ ਪ੍ਰੋਗਰਾਮ ਨੇ ਫਾਰਮਰਸ ਦੇ ਲਈ ਵੀ ਜਿਹੜੇ ਉਹ ਵਰਕ ਪਰਮਿਟ 'ਤੇ ਜਾਂ ਫਿਰ ਪੀਆਰ ਲਈ ਵੀ ਜਾ ਸਕਦੇ ਨੇ। ਤੇ ਇਹਦੀ ਅਲੱਗ-ਅਲੱਗ ਜਿਹੜੀ ਕਾਉਂਸਲਿੰਗ ਹੈ ਹੁੰਦੀ ਹੈ ਪ੍ਰੋਵਿੰਸ ਦੇ ਅਕੋਰਡਿੰਗ, ਹਰ ਪ੍ਰੋਵਿੰਸ ਦੀ ਡਿਫਰੈਂਟ ਡਿਮਾਂਡ ਹੈ। ਜੋ ਵੇਜਿਸ ਨੇ $18 $15 ਤੋਂ ਲੈ ਕੇ $18 ਜਿਹੜੇ ਆ ਉੱਥੇ ਮਿਲਦੇ ਪਏ ਨੇ ਤੇ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਇੱਥੇ ਐਕਸਪੀਰੀਅੰਸ ਕਿੰਨਾ ਹੈ। ਮਿਨੀਮਮ 2 ਇਅਰਸ ਦਾ ਰਿਕੁਆਇਰਮੈਂਟ ਹੈ ਐਕਸਪੀਰੀਅੰਸ ਲਈ। ਜੀ ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
मैं समीर बोल रहा मैम संगरूर तो। ਜੀ ਕੀ ਸਵਾਲ ਹੈ ਤੁਹਾਡਾ? मैम मेरा सवाल ये है कि मैं सॉफ्टवेयर इंजीनियर है। ओके मैं हुण थोड़ा टाइम पहला आईएलटीएस जनरल की थी। ठीक है मेरे ओवरऑल बैंड 6.5 है। मैंने पीआर का प्रोसेस पूछना है आपने। ਓਕੇ ਪੀਆਰ ਦਾ ਠੀਕ ਹੈ। ਤੁਹਾਡਾ ਸੌਫਟਵੇਅਰ ਇੰਜੀਨੀਅਰ ਦਾ ਕਿੰਨੇ ਟਾਈਮ ਦਾ ਐਕਸਪੀਰੀਅੰਸ ਹੈ? मैम 3 to 4 इयर्स बैक हो। ਓਕੇ ਹਾਂਜੀ ਬਿਲਕੁਲ ਮੈਮ, ਇਹ ਬਹੁਤ ਹੀ ਇੱਕ ਵਧੀਆ ਪ੍ਰੋਫਾਈਲ ਹੈ ਐਲਬਰਟਾ ਜੀ। ਟੈਕ ਪਾਇਲਟ ਪ੍ਰੋਗਰਾਮ ਦੇ ਥਰੂ। ਜੋ ਵੀ ਇੰਜੀਨੀਅਰਸ ਨੇ, ਸੌਫਟਵੇਅਰ ਇੰਜੀਨੀਅਰ, ਹਾਰਡਵੇਅਰ ਇੰਜੀਨੀਅਰਸ ਜਾਂ ਫਿਰ ਸਿਵਲ ਇੰਜੀਨੀਅਰ ਜਿਨ੍ਹਾਂ ਦੇ ਕੋਲ ਇੰਜੀਨੀਅਰਿੰਗ ਦੀ ਡਿਗਰੀ ਹੈ ਤੇ ਨਾਲ ਉਹਨਾਂ ਨੂੰ ਮਿਨੀਮਮ 2 ਈਅਰ ਦਾ ਐਕਸਪੀਰੀਅੰਸ ਹੈ, ਅੱਜ ਦੇ ਵਿੱਚ 6 ਈਚ ਹੈ, ਉਹ ਬਿਲਕੁਲ ਆਪਣਾ ਜਿਹੜਾ ਕੇਸ ਹੈ ਐਲਬਰਟਾ ਟੈਕ ਪਾਇਲਟ ਪ੍ਰੋਗਰਾਮ ਦੇ ਵਿੱਚ ਪਾ ਕੇ ਵਿਦਿਨ 3 ਮੰਥਸ ਆਪਣੀ ਡਾਇਰੈਕਟ ਜਿਹੜੀ ਪੀਆਰ ਹੈ ਉਹ ਇੰਡੀਆ ਤੋਂ ਲੈ ਕੇ ਜਾ ਸਕਦੇ ਹੈ। ਲੇਟੈਸਟ ਸਾਡਾ ਇੱਕ ਆਈਟੀ ਅਪਰੂਵ ਹੋਇਆ ਹੈ ਕੈਂਡੀਡੇਟ ਦਾ, ਉਹ ਹੀ ਇਜ਼ ਆਲਸੋ ਅ ਸੌਫਟਵੇਅਰ ਇੰਜੀਨੀਅਰ। ਤੇ ਸ਼ੋਅ ਦੇ ਐਂਡ ਦੇ ਵਿੱਚ ਅਸੀਂ ਉਹਦਾ ਆਈਟੀਏ ਵੀ ਜ਼ਰੂਰ ਦਰਸ਼ਕਾਂ ਨੂੰ ਦਿਖਾਉਣਾ ਪਸੰਦ ਕਰਾਂਗੇ ਕਿ ਜੋ ਵੀ ਉਹਨਾਂ ਦੀ ਕੁਐਰੀ ਹੈ ਇੱਕ ਵਾਰੀ ਸਾਡੇ ਨਾਲ ਜ਼ਰੂਰ ਸਾਂਝੀ ਕਰਨ ਤੇ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਐਗਜ਼ੈਕਟ ਕਿਵੇਂ ਤੁਸੀਂ ਪੀਆਰ ਲੈ ਸਕਦੇ ਹੋ, ਕਿਹੜੇ ਪ੍ਰੋਫਾਈਲ ਲਈ ਤੁਸੀਂ ਐਲੀਜੀਬਲ ਹੋ, ਕਿਹੜੇ ਵੀਜ਼ਾ ਲਈ ਤੁਸੀਂ ਆਪਣੀ ਫਾਈਲ ਨੂੰ ਲਾ ਸਕਦੇ ਹੋ, ਇਹ ਇਨਫੋਰਮੇਸ਼ਨ ਜ਼ਰੂਰ ਮਿਲੇਗੀ। ਜੀ ਠੀਕ ਹੈ। ਜਿਵੇਂ ਆਪਾਂ ਹਰ ਵਾਰੀ ਡਿਸਕਸ ਕਰਦੇ ਹਾਂ ਕਿ ਕਈ ਤਰ੍ਹਾਂ ਦੇ ਅਲੱਗ-ਅਲੱਗ ਵੇ ਨੇ ਆਪਾਂ ਅਗਰ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦੇ ਆ, ਪਰ ਸਵਾਲ ਜਦੋਂ ਸਾਡੇ ਕੋਲ ਆਉਂਦੇ ਨੇ ਦਰਸ਼ਕਾਂ ਦੇ ਮੋਸਟਲੀ ਪੁੱਛਦੇ ਨੇ ਕਿ ਕਿਹੜਾ ਸੌਖਾ ਰਸਤਾ ਹੈ, ਸਾਨੂੰ ਉਹ ਦੱਸੋ ਕਿ ਅਸੀਂ ਅਪਲਾਈ ਕਰੀਏ ਤੇ ਫਟਾਫਟ ਸਾਡਾ ਪ੍ਰੋਸੈਸ ਹੋਵੇ, ਸਾਨੂੰ ਪੀਆਰ ਜਾਂ ਸਾਡੀ ਸੈਟਲਮੈਂਟ ਕੈਨੇਡਾ ਵਿੱਚ ਹੋ ਜਾਏ। ਸੋ ਇਸ ਸਵਾਲ ਦਾ ਜਵਾਬ ਵੀ ਮੈਂ ਤੁਹਾਡੇ ਤੋਂ ਲਵਾਂਗੀ ਇਸ ਕਾਲ ਤੋਂ ਬਾਅਦ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਸਤਿ ਸ਼੍ਰੀ ਅਕਾਲ, ਮੈਂ ਪਰਵਿੰਦਰ ਗੱਲ ਕਰ ਰਹੀ ਹਾਂ ਪਟਿਆਲਾ ਤੋਂ। ਜੀ ਕੀ ਸਵਾਲ ਹੈ? ਮੈਮ ਮੈਂ ਮਾਸਟਰਸ ਕੀਤੀ ਹੋਈ ਹੈ ਤੇ ਮੇਰੇ ਕੋਲ ਐਕਸਪੀਰੀਅੰਸ ਹੈ 4 ਸਾਲ ਦਾ ਟੀਚਿੰਗ ਤੇ Okay. ਮੇਰਾ ਬੈਂਡ ਸਕੋਰ ਹੈਗਾ 778 ਤੇ ਮੈਮ ਮੈਂ ਪੀਆਰ ਲਈ ਮੇਰੀ ਐਲੀਜੀਬਿਲਿਟੀ ਬਣੇਗੀ ਐਕਸਪ੍ਰੈਸ ਐਂਟਰੀ ਲਈ? ਮੈਂ ਪੁੱਛਣਾ ਸੀ। ਏਜ ਕਿੰਨੀ ਹੈ ਮੈਮ ਤੁਹਾਡੀ? ਮੇਰੀ ਏਜ 30। 30 ਓਕੇ। ਬਿਲਕੁਲ ਮੈਮ, ਜੇ ਤੁਹਾਡੀ ਏਜ 32 ਤੋਂ ਬਿਲੋ ਹੈ ਤੇ ਤੁਸੀਂ ਆਲਸੇ ਵੀ ਸਕੋਰ ਵੀ ਬਹੁਤ ਵਧੀਆ ਕੀਤਾ, ਬਿਲਕੁਲ ਯੂ ਆਰ ਐਲੀਜੀਬਲ ਫॉर ਐਕਸਪ੍ਰੈਸ ਐਂਟਰੀ ਪ੍ਰੋਗਰਾਮ। ਤੁਸੀਂ ਅਪਲਾਈ ਕਰ ਸਕਦੇ ਹੋ ਆਪਣੀ ਫਾਈਲ ਨੂੰ। ਸਕਿਲਡ ਐਕਸਪ੍ਰੈਸ ਐਂਟਰੀ ਇਹਨੂੰ ਪ੍ਰੋਗਰਾਮ ਨੂੰ ਵੀ ਕਿਹਾ ਜਾਂਦਾ ਹੈ ਤੇ ਤੁਸੀਂ ਇੱਕ ਵਾਰੀ ਡਾਕੂਮੈਂਟਸ ਲੈ ਕੇ ਜ਼ਰੂਰ ਸਾਡੇ ਆਫਿਸ ਵਿਜ਼ਿਟ ਕਰੋ, ਤੁਸੀਂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ। ਜੀ 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 ਹਾਂਜੀ, ਜੋ ਮੈਂ ਗੱਲ ਕਰ ਰਹੀ ਸੀ ਕਿ ਕਿਹੜੀ ਆਪਸ਼ਨ ਨੂੰ ਈਜ਼ੀ ਮੰਨਿਆ ਜਾਏ? ਆਪਸ਼ਨ ਸਾਰੀ ਈਜ਼ੀ ਹੁੰਦੀ ਹੈ ਜੇ ਤੁਹਾਡੀ ਐਲੀਜੀਬਿਲਿਟੀ ਰਿਕੁਆਇਰਮੈਂਟ ਜਿਹੜੀ ਹੈ ਆਪਸ਼ਨ ਨਾਲ ਮੈਚ ਕਰਦੀ ਹੈ। ਜਦੋਂ ਵੀ ਅਸੀਂ ਕਿਸੇ ਕੰਸਲਟੈਂਟ ਕੋਲ ਵਿਜ਼ਿਟ ਕਰਦੇ ਹਾਂ, ਕੋਈ ਇੱਕ ਕੈਂਡੀਡੇਟ ਆਪਣੀ ਪ੍ਰੋਫਾਈਲ ਨੂੰ ਲੈ ਕੇ ਆਉਂਦਾ ਹੈ ਤੇ ਆਲਵੇਜ਼ ਅਸੀਂ ਇਹੀ ਦੇਖਦੇ ਹਾਂ ਕਿ ਕਿਹੜੇ ਪ੍ਰੋਗਰਾਮ ਦੀ ਰਿਕੁਆਇਰਮੈਂਟ ਇਸ ਬੱਚੇ ਦੀ ਪ੍ਰੋਫਾਈਲ ਨਾਲ ਮੈਚ ਕਰ ਰਹੀ ਹੈ। ਬਿਕੋਜ਼ ਆਲਵੇਜ਼ ਕੀ ਹੁੰਦਾ ਹੈ, ਅੱਜ ਅਸੀਂ ਇੱਕ ਆਫਿਸ 'ਚ ਇੱਕ ਬੱਚੇ ਨੂੰ ਅਟੈਂਡ ਕੀਤਾ, ਹੀ ਵਾਜ਼ ਇਨ ਡਿਪਰੈਸ਼ਨ, 2 ਸਾਲਾਂ ਤੋਂ ਇੱਧਰ ਉੱਧਰ ਕਿਸੇ ਦੇ ਕੋਲ ਜਾ ਰਿਹਾ ਸੀਗਾ, ਉਹਨੂੰ ਇੰਨਾ ਮਿਸਗਾਈਡ ਕੀਤਾ ਗਿਆ, ਉਹਦੀ ਪ੍ਰੋਫਾਈਲ ਮੈਨੀਪੂਲੇਟ ਕੀਤੀ ਗਈ ਤੇ ਉਹਨੂੰ ਇੱਕ ਸਹੀ ਰਾਸਤਾ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਤੇ ਪ੍ਰੋਫਾਈਲ ਬਹੁਤ ਜ਼ਿਆਦਾ ਬੱਚੇ ਦਾ ਜਿਹੜਾ ਸੀਗਾ ਉਹ ਖਰਾਬ ਕੀਤਾ ਹੋਇਆ ਸੀਗਾ। ਤੇ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਸ ਵੀ ਕੰਸਲਟੈਂਟ ਤੋਂ, ਜਿਸ ਵੀ ਬੰਦੇ ਤੋਂ ਤੁਸੀਂ ਗਾਈਡੈਂਸ ਲੈ ਰਹੇ ਹੋ ਕਿ ਉਹਨੂੰ ਐਕਸਪੀਰੀਅੰਸ ਹੈ ਕਿ ਨਹੀਂ, ਉਹਦਾ ਪਾਸਟ ਐਕਸਪੀਰੀਅੰਸ ਕਿਵੇਂ ਦਾ ਰਿਹਾ ਹੈ, ਕਿ ਉਹ ਵੀਜ਼ਾ ਲਵਾ ਰਿਹਾ ਹੈ, ਕਿ ਉਹ ਖੁਦ ਟਰੈਵਲਡ ਹੈ ਕਿ ਨਹੀਂ ਹੈ, ਕਿ ਉਹਨੂੰ ਹਰਡਲਸ ਬਾਰੇ ਪਤਾ ਹੈ ਕਿ ਨਹੀਂ। ਉਹ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਦੇਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪਹਿਲੇ ਆਪਣੇ ਪ੍ਰੋਫਾਈਲ ਨੂੰ ਖੁਦ ਵੀ ਜਾ ਕੇ CIC ਦੀ ਸਾਈਟ ਦੇ ਵਿੱਚ ਜਾ ਕੇ ਖੁਦ ਵੀ ਚੈੱਕ ਕਰੋ ਕਿ ਜਿਹੜਾ ਤੁਸੀਂ ਗਾਈਡੈਂਸ ਲੈ ਕੇ ਆਏ ਹੋ ਉਹ ਬਿਲਕੁਲ ਸਹੀ ਹੈ ਕਿ ਨਹੀਂ ਹੈ। ਬਿਲਕੁਲ ਅੱਖ ਬੰਦ ਕਰਕੇ ਵੀ ਵਿਸ਼ਵਾਸ ਕਰਨਾ ਗਲਤ ਹੈ। ਤੁਸੀਂ ਪਹਿਲਾਂ ਉਹਦਾ ਐਕਸਪੀਰੀਅੰਸ ਚੈੱਕ ਕਰੋ, ਨਾਲ ਜਾ ਕੇ ਆਨਲਾਈਨ ਵੀ ਚੈੱਕ ਕਰੋ, ਆਪਣੀ ਪ੍ਰੋਫਾਈਲ ਨੂੰ ਵੀ ਮੈਚ ਕਰੋ ਤੇ ਵੇ ਹਮੇਸ਼ਾ ਬਹੁਤ ਜ਼ਿਆਦਾ ਹੁੰਦੇ ਆ, ਬਟ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਵੇ ਆਊਟ ਨਾਲ ਜਾ ਸਕਦੇ ਹੋ, ਤੁਹਾਡਾ ਪ੍ਰੋਫਾਈਲ ਕਿਹੜੇ ਵੇ ਦੇ ਨਾਲ ਮੈਚ ਕਰ ਰਿਹਾ ਹੈ। ਜੀ ਬਿਲਕੁਲ ਸਹੀ ਗੱਲ ਹੈ। ਪਰ ਕੁਝ ਸਵਾਲ ਸਾਡੇ ਕੋਲ ਦੇਖੋ ਆਉਂਦੇ ਕਿ ਕੁਝ ਖਾਸ ਫੀਲਡਸ ਵੀ ਕਿਆ ਹਮੇਸ਼ਾ ਖਾਸ ਚੁਆਇਸ ਵਿੱਚ ਰਹਿੰਦੀ ਹੈ ਕੈਨੇਡਾ ਦੇ ਵਿੱਚ, ਜਿਨ੍ਹਾਂ ਦਾ ਸਕੋਪ ਆਪਾਂ ਜ਼ਿਆਦਾ ਦੇਖਦੇ ਹਾਂ, ਜਿਨ੍ਹਾਂ ਦੇ ਚਾਂਸਿਸ ਆਪਾਂ ਜ਼ਿਆਦਾ ਦੇਖਦੇ ਹਾਂ ਸੈਟਲਮੈਂਟ ਦੇ? ਬਿਲਕੁਲ ਮੈਮ, ਇੱਕ ਤਾਂ ਇੰਜੀਨੀਅਰਸ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਨੇ, ਐਡਮਿਨ, ਬੁੱਕ ਕੀਪਰਸ ਤੇ ਇਸ ਤੋਂ ਇਲਾਵਾ ਫਾਰਮਰਸ, ਇਸ ਤੋਂ ਇਲਾਵਾ ਕੁੱਕ ਸ਼ੈਫ ਦੀ ਡਿਮਾਂਡ ਹਮੇਸ਼ਾ ਹੀ ਬਹੁਤ ਜ਼ਿਆਦਾ ਰਹਿੰਦੀ ਹੈ। ਬਿਕੋਜ਼ ਉੱਥੇ ਕਲਚਰ ਹੈਗਾ ਹੈ ਕਿ ਤੁਸੀਂ ਘਰ ਦੇ ਵਿੱਚ ਬਹੁਤ ਘੱਟ ਕੁਕਿੰਗ ਕਰਦੇ ਹੋ ਤੇ ਬ੍ਰਾਂਡਸ ਦੀ ਬਾਹਰ ਦਾ ਖਾਣੇ ਤੇ ਡਿਪੈਂਡ ਬਹੁਤ ਜ਼ਿਆਦਾ ਕਰਦੇ ਹੋ ਤੇ ਦੈਟਸ ਵਾਈ ਕੁਕਸ ਦੀ, ਕੈਫੇ ਦੀ ਜੌਬਸ, ਇਹ ਸਾਰੀ ਜੌਬਸ ਜਿਹੜੀਆਂ ਆਲਵੇਜ਼ ਰਿਕੁਆਇਰਮੈਂਟ ਦੇ ਵਿੱਚ ਹੀ ਰਹਿੰਦੀ ਹੈ। ਹੁਣ ਸਾਡੇ ਕੋਲ ਈਵਨ ਇੱਕ ਟੈਕਸੀ ਸਰਵਿਸ ਦੀ ਕੰਪਨੀ ਹੈ, ਉਹਦੇ ਥਰੂ ਵੀ ਸਾਨੂੰ ਕੁਝ ਆਪਸ਼ਨਸ ਆਈਆਂ ਨੇ। ਜੇ ਤੁਹਾਡੇ ਕੋਲ ਕੋਈ ਵੀ ਕਮਰਸ਼ੀਅਲ ਲਾਇਸੈਂਸ ਹੈ, 2 ਈਅਰ ਦਾ ਐਕਸਪੀਰੀਅੰਸ ਤੁਹਾਨੂੰ ਹੈ ਤੇ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਆਪਣੇ ਲਈ। ਜੀ 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 ਬਿਲਕੁਲ। ਸੋ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ, ਦੇਖੋ ਬਹੁਤ ਸਾਰੀ ਆਪਸ਼ਨਸ ਹੁੰਦੀਆਂ, ਥੋੜੀ ਕਨਫਿਊਜ਼ਨ ਹੋ ਜਾਂਦੀ ਹੈ ਕਈ ਵਾਰੀ ਤੁਹਾਨੂੰ, ਕਿਉਂਕਿ ਜਿਸ ਤਰ੍ਹਾਂ ਦੇ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਨੇ, ਕਮੈਂਟ ਜ਼ਰੀਏ ਵੀ ਤੁਹਾਡੇ ਸਵਾਲ ਸਾਡੇ ਤੱਕ ਆਉਂਦੇ ਨੇ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਸ਼ੋਅ ਦੇ ਜ਼ਰੀਏ ਕਿ ਤੁਹਾਡੇ
ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਕਲੈਰਿਟੀ ਦੇ ਨਾਲ ਦੇ ਸਕੀਏ। ਸੋ ਪਰ ਕਿਤੇ ਵੀ ਤੁਹਾਡਾ ਆਪਣਾ ਕੋਈ ਡਾਊਟ ਆਪਣੀ ਪ੍ਰੋਫਾਈਲ ਨੂੰ ਲੈ ਕੇ, ਜਿਹੜਾ ਨੰਬਰ ਡਿਸਪਲੇ ਹੈ ਇਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸ਼ੋਅ ਦੇ ਦੌਰਾਨ ਵੀ, ਸ਼ੋਅ ਤੋਂ ਬਾਅਦ ਵੀ ਇਸ ਨੰਬਰ ਤੇ ਕਾਲ ਕਰੋ ਤੇ ਹੋਰ ਜਾਣਕਾਰੀ ਲੈ ਕੇ ਤੁਸੀਂ ਅੱਗੇ ਸਹੀ ਰਸਤੇ ਚੱਲਦੇ ਹੋਏ ਆਪਣਾ ਵੀਜ਼ਾ ਪ੍ਰੋਸੈਸ ਜ਼ਰੂਰ ਕਰਵਾਓ। ਸੈਕਟਰ 82 ਮੋਹਾਲੀ ਵਿੱਚ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦਾ ਆਫਿਸ ਹੈ। ਕਿੰਨੀ ਕੁ ਜ਼ਰੂਰੀ ਹੈ ਵੀ ਆਪਾਂ ਦੇਖੋ, ਸਟੱਡੀ ਵੀਜ਼ਾ ਵਿੱਚ ਤਾਂ ਹਮੇਸ਼ਾ ਕਹਿੰਦੇ ਆ ਕਿ ਅਸੈਸਮੈਂਟ ਹੋਣੀ ਬਹੁਤ ਜ਼ਰੂਰੀ ਹੈ ਡਾਕੂਮੈਂਟਸ ਦੀ। ਜਦੋਂ ਆਪਾਂ ਸੈਟਲਮੈਂਟ ਦੀ, ਪੀਆਰ ਦੀ ਗੱਲ ਕਰਦੇ ਆ, ਚਾਹੇ ਐਕਸਪ੍ਰੈਸ ਐਂਟਰੀ ਦੀ, ਅਲੱਗ-ਅਲੱਗ ਆਪਸ਼ਨਸ ਦੀ ਗੱਲ ਕਰਦੇ ਆ, ਉਦੋਂ ਵੀ ਕਿਆ ਕਿਸੇ ਪਰਸਨ ਕੈਂਡੀਡੇਟ ਨੂੰ ਮਿਲ ਕੇ ਉਹਨਾਂ ਦੇ ਡਾਕੂਮੈਂਟਸ ਦੇ ਕੇ ਕਾਫੀ ਚੀਜ਼ਾਂ ਕਲੀਅਰ ਹੁੰਦੀਆਂ? ਬਿਲਕੁਲ ਮੈਮ, ਅਸੀਂ ਪਹਿਲਾਂ ਤਾਂ ਕਾਉਂਸਲਿੰਗ ਜਿਹੜੀ ਹੈ ਇੱਕ ਕੈਂਡੀਡੇਟ ਨੂੰ ਬਿਲਕੁਲ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਦੇ ਹਾਂ, ਬਟ ਅਸੀਂ ਵੀ ਆਪਣੀ ਹਰ ਇੱਕ ਫਾਈਲ ਦੇ ਵਿੱਚ ਸੈਕਿੰਡ ਓਪੀਨੀਅਨ ਹਮੇਸ਼ਾ ਜਿਹੜਾ ਲੈਂਦੇ ਆ, ਤਾਂ ਕਿ ਜਿਹੜੀ ਅਸੈਸਮੈਂਟ ਅਸੀਂ ਬੱਚੇ ਨੂੰ ਪ੍ਰੋਵਾਈਡ ਕਰ ਰਹੇ ਹਾਂ ਕਿ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਹੋ ਜਾਏਗਾ। ਅਸੀਂ ਲਾਇਸੈਂਸ ਜਿਹੜੇ ਕੰਸਲਟੈਂਟ ਨੇ ਕੈਨੇਡਾ ਤੋਂ ਸਾਡੇ ਨਾਲ ਜਿਹੜੇ ਆ ਪੈਨਲ ਤੇ ਕੰਮ ਕਰਦੇ ਆ, ਸਾਡੇ ਨਾਲ ਅਟੈਚ ਹੋ ਕੇ ਕੰਮ ਕਰਦੇ ਆ। ਹਰ ਪ੍ਰੋਵਿੰਸ ਦਾ ਡਿਫਰੈਂਟ CICC ਮੈਂਬਰ ਸਾਡੇ ਨਾਲ ਜੁੜਿਆ ਹੋਇਆ ਹੈ। ਅਸੀਂ ਸਾਰਾ ਜਿਹੜਾ ਅਸੈਸਮੈਂਟ ਹੈ ਟੀਮ ਦੇ ਨਾਲ ਡਿਸਕਸ ਕਰਕੇ ਇੱਕ ਰਿਪੋਰਟ ਜਿਹੜੀ ਹੈ, ਅਸੈਸਮੈਂਟ ਰਿਪੋਰਟ ਜਿਹੜੀ ਹੈ ਕੈਂਡੀਡੇਟ ਨੂੰ ਵਿਦਨ 3 ਡੇਜ਼ ਪ੍ਰੋਵਾਈਡ ਕਰਦੇ, ਜਿਹਦੇ ਵਿੱਚ ਉਹਦਾ ਸਾਰਾ ਕੁਝ ਮੈਂਸ਼ਨ ਹੁੰਦਾ ਹੈ। ਕਿਹੜਾ ਨੋ ਕੋਡ ਬੱਚੇ ਨੂੰ ਮਿਲੇਗਾ, ਕਿਵੇਂ ਉਹਦੀ ਫਾਈਲ ਰਿਪਰੈਜ਼ੈਂਟ ਹੋਏਗੀ, ਕਿਹੜੇ ਪ੍ਰੋਵਿੰਸ ਦੇ ਵਿੱਚ ਕਿੰਨੇ ਪੁਆਇੰਟਸ ਬਣ ਰਹੇ ਨੇ ਤੇ ਕਿਹੜੇ ਪ੍ਰੋਵਿੰਸ ਦੇ ਵਿੱਚ ਉਹਨੂੰ ਸਪਾਂਸਰ ਦੀ ਜਾਂ ਫਿਰ ਜੌਬ ਐਂਡੋਰਸਮੈਂਟ ਦੀ ਲੋੜ ਹੈ, ਜਿਹਦੇ ਨਾਲ ਉਹਦੀ ਫਾਈਲ ਜਿਹੜੀ ਹੈ ਕੁਆਲੀਫਾਈ ਹੋਏਗੀ। ਤੇ ਇਹ ਸਾਰੀ ਇੱਕ ਰਿਟਨ ਰਿਪੋਰਟ ਜਿਹੜੀ ਹੈ ਅਸੀਂ ਕੈਂਡੀਡੇਟ ਨਾਲ ਜਿਹੜੀ ਹੈਗੀ ਸ਼ੇਅਰ ਕਰਦੇ ਹਾਂ ਮੇਲ ਦੇ ਥਰੂ। ਤੇ ਤੁਸੀਂ ਵੀ, ਤੁਹਾਨੂੰ ਵੀ ਪ੍ਰੋਪਰ ਨੌਲੇਜ ਹੁੰਦੀ ਹੈ ਕਿ ਕਿਵੇਂ ਅਪਲਾਈ ਕਰਨਾ ਹੈ, ਸਟੈਪਸ ਕੀ ਹੁੰਦੇ ਆ, ਪੇਮੈਂਟ ਕਿੰਨੀ ਇਨਵੋਲਵ ਹੈ, ਉਹ ਸਾਰਾ ਕੁਝ ਰਿਟਨ ਦੇ ਵਿੱਚ ਪਹਿਲਾਂ ਹੀ ਦਿਨ ਅਸੀਂ ਕੈਂਡੀਡੇਟ ਨੂੰ ਪ੍ਰੋਵਾਈਡ ਕਰਦੇ ਹਾਂ, ਸੋ ਦੈਟ ਕਦੇ ਵੀ ਕੋਈ ਮਿਸਕਮਿਊਨੀਕੇਸ਼ਨ ਜਿਹੜੀ ਹੈ ਨਹੀਂ ਹੋਏ ਤੇ ਬੱਚੇ ਨੂੰ ਪਤਾ ਵੀ ਹੋਣਾ ਚਾਹੀਦਾ ਕਿ ਫਾਈਲ ਕਿਵੇਂ ਲੱਗ ਰਹੀ ਹੈ ਤੇ ਕਿਸ ਨੋ ਕੋਡ ਦੇ ਥਰੂ ਉਹਦੀ ਫਾਈਲ ਜਿਹੜੀ ਹੈ ਰਿਪਰੈਜ਼ੈਂਟ ਹੋ ਰਹੀ ਹੈ। ਜੀ ਬਿਲਕੁਲ। ਸੋ ਵਧੀਆ ਢੰਗ ਦੇ ਨਾਲ ਤੁਸੀਂ ਐਕਸਪਲੇਨ ਕੀਤਾ ਕਿ ਕਿਵੇਂ ਸਟੈਪ ਬਾਏ ਸਟੈਪ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਵੱਲੋਂ ਇੱਕ ਕਿਸੇ ਵੀ ਕੈਂਡੀਡੇਟ ਦੀ ਪ੍ਰੋਫਾਈਲ ਤੇ ਕੰਮ ਕੀਤਾ ਜਾਂਦਾ। ਸੋ ਮੈਂ ਇੱਥੇ ਅਗਰ ਆਪਾਂ ਗੱਲ ਪ੍ਰੋਵਿੰਸ ਦੀ ਵੀ ਕਰਦੇ ਹਾਂ, ਕਿ ਮੈਂ ਪਹਿਲਾਂ ਵੀ ਹਾਲਾਂਕਿ ਸਵਾਲ ਪਹਿਲਾਂ ਵੀ ਕਈ ਸ਼ੋਜ਼ ਵਿੱਚ ਕੀਤਾ ਕਿ ਕੀ ਕਿਸੇ ਚੁਣਿੰਦਾ ਪ੍ਰੋਵਿੰਸ ਦੇ ਨਾਲ ਵੀ ਜੋ ਹੈ ਸਕਸੈਸ ਰੇਟ ਦੇ ਉੱਪਰ ਫਰਕ ਪੈਂਦਾ? ਅਗਰ ਕੋਈ ਸੈਟਲਮੈਂਟ ਚਾਹੁੰਦਾ ਆਪਣੀ ਕੈਨੇਡਾ ਵਿੱਚ, ਕੋਈ ਪ੍ਰੋਵਿੰਸ ਹੈ ਜਿੱਥੇ ਥੋੜਾ ਈਜ਼ੀਲੀ ਔਰ ਜਲਦੀ ਜੋ ਹੈ ਪੀਆਰ ਦਾ ਪ੍ਰੋਸੈਸ ਹੁੰਦਾ? ਬਿਲਕੁਲ ਮੈਮ, ਮੈਂ ਸ਼ੋਅ ਦੇ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ, ਜੇ +2 ਹੈ, ਘੱਟ ਬੈਂਡ ਨੇ, 5 ਬੈਂਡ ਨੇ, 5.5 ਬੈਂਡ ਨੇ, ਤੇ ਕੋਈ ਰਿਫਿਊਜ਼ਲ ਹਿਸਟਰੀ ਹੈ ਤੇ 2 ਸਾਲ ਤੁਹਾਨੂੰ ਹੋ ਚੁੱਕੇ ਹੈ, 2 ਸਾਲ ਦਾ ਤੁਹਾਡੇ ਕੋਲ ਮਿਨੀਮਮ ਐਕਸਪੀਰੀਅੰਸ ਹੈ। ਅਸੀਂ ਸਭ ਤੋਂ ਜ਼ਿਆਦਾ ਜਿਹੜੀ ਸਕਸੈਸ ਰੇਟ ਹੈ ਵੀ ਆਰ ਗੈਟਿੰਗ ਇਨ ਐਟਲਾਂਟਿਕ ਪ੍ਰੋਵਿੰਸਸ, ਨਿਊ ਫਾਊਂਡਲੈਂਡ ਐਂਡ ਲੈਬਰਾਡਰ ਸਾਡੇ ਕੋਲ ਹੈ, ਨਿਊ ਬ੍ਰੰਸਵਿਕ ਸਾਡੇ ਕੋਲ ਹੈ, ਨੋਵਾ ਸਕੋਸ਼ੀਆ ਵੀ ਆਰ ਡੂਇੰਗ, ਐਂਡ ਈਵਨ ਵੀ ਹੈਵ ਆਲਸੋ ਐਡਡ ਸਸਕੈਚੁਅਨ ਪ੍ਰੋਵਿੰਸ। ਸਸਕੈਚੁਅਨ ਪ੍ਰੋਵਿੰਸ ਦੇ ਵਿੱਚ ਡਾਇਰੈਕਟ ਪੀਆਰ ਤੇ ਜਿਹੜਾ ਕੈਂਡੀਡੇਟ ਹੈ ਵਿਦਨ 2 to 3 ਮੰਥਸ ਜਿਹੜਾ ਹੈ ਆਪਣੀ ਫਲਾਈਟ ਲੈ ਸਕਦਾ ਹੈ, ਆਪਣੀ ਫਾਈਲ ਅਪਲਾਈ ਕਰ ਸਕਦਾ ਹੈ। ਜੀ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਰਾਜਵੀਰ ਬੋਲ ਰਿਹਾ ਜੀ, ਬਠਿੰਡਾ ਤੋਂ। ਜੀ ਰਾਜਵੀਰ ਜੀ, ਕੀ ਸਵਾਲ ਹੈ? ਮੈਮ ਮੈਂ ਨਾ +2 ਕੀਤੀ ਹੋਈ ਹੈ ਜੀ ਔਰ ਦੁਬਈ ਤੋਂ ਰਿਟਰਨ ਹੈ ਜੀ, ਤੇ ਟਰੱਕ ਡਰਾਈਵਰ ਹਾਂ ਜੀ, ਔਰ 4.5 ਬੈਂਡ ਨੇ ਜੀ ਜਨਰਲ ਆਇਲਸ ਚੋਂ। ਠੀਕ ਹੈ। ਕੈਨੇਡਾ ਵਰਕ ਪਰਮਿਟ ਲਈ ਮੈਂ ਪੁੱਛਣਾ ਚਾਹੁੰਦਾ, ਦੁਬਈ ਦਾ ਮੇਰੇ ਕੋਲ ਲਾਇਸੈਂਸ ਵੀ ਹੈਗਾ ਜੀ। ਓਕੇ, ਠੀਕ ਹੈ। ਹਾਂਜੀ ਬਿਲਕੁਲ ਮੈਮ, ਪ੍ਰੋਫਾਈਲ ਸਰ ਦਾ ਬਹੁਤ ਹੀ ਵਧੀਆ ਹੈ। ਟ੍ਰੇਲਰ ਡਰਾਈਵਰ ਆਲਵੇਜ਼ ਇਨ ਡਿਮਾਂਡ ਰਹਿੰਦੇ ਆ ਕੈਨੇਡਾ ਦੇ ਵਿੱਚ, ਬਿਕੋਜ਼ ਬਹੁਤ ਸਾਰੀ ਜਿਹੜੀ ਸਪਲਾਈ ਹੈ ਉਹ ਟ੍ਰੇਲਰ ਡਰਾਈਵਰ ਤੇ ਹੀ ਡਿਪੈਂਡ ਕਰਦੀ ਹੈ ਕੈਨੇਡਾ ਦੇ ਵਿੱਚ। ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਤੱਕ ਸਪਲਾਈ ਨੂੰ ਪਹੁੰਚਾਉਣਾ ਇੱਕ ਟ੍ਰੇਲਰ ਡਰਾਈਵਰ ਦੀ ਹੀ ਡਿਊਟੀ ਹੁੰਦੀ ਹੈ। ਤੇ ਸਭ ਤੋਂ ਹਾਈਲੀ ਵੇਜਸ ਜਿਹੜੇ ਹੈ ਟ੍ਰੇਲਰ ਡਰਾਈਵਰ ਨੂੰ ਪ੍ਰੋਵਾਈਡ ਕੀਤੇ ਜਾਂਦੇ ਆ। ਸਾਡੇ ਕੋਲ ਬਹੁਤ ਜ਼ਿਆਦਾ ਇੱਦਾਂ ਦੀ ਡਿਮਾਂਡ ਹੈ। ਜੇ ਤੁਹਾਡੇ ਕੋਲ ਦੁਬਈ ਦਾ ਐਕਸਪੀਰੀਅੰਸ ਹੈ, ਮਿਨੀਮਮ 2 ਈਅਰ ਦਾ ਐਕਸਪੀਰੀਅੰਸ ਹੈ, ਲਾਇਸੈਂਸ ਹੋਲਡਰ ਹੋ, ਮਿਨੀਮਮ 4.5 ਤੋਂ 5 ਬੈਂਡ ਤੁਸੀਂ ਸਕੋਰ ਕੀਤਾ ਹੈ, ਤੁਸੀਂ ਆਪਣੀ ਪ੍ਰੋਫਾਈਲ ਅਸੈਸ ਕਰਾ ਕੇ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ। ਜੀ ਬਿਲਕੁਲ। ਸੋ ਵਾਕਈ ਕਈ ਤਰ੍ਹਾਂ ਦੀ ਇਹ ਪ੍ਰੋਫਾਈਲਸ ਹੁੰਦੀਆਂ ਜੋ ਦੁਬਈ ਵਿੱਚ ਨੇ, ਟਰੱਕ ਡਰਾਈਵਿੰਗ ਕਰ ਰਹੇ ਨੇ, ਪਰ ਉੱਥੇ ਕਿਉਂਕਿ ਸੈਟਲਮੈਂਟ ਦੇ ਲਈ ਫਿਰ ਉਹ ਕੈਨੇਡਾ ਮੂਵ ਕਰਨਾ ਚਾਹੁੰਦੇ ਨੇ। ਸੋ ਅਜਿਹੇ ਵੀ ਕੋਈ ਦਰਸ਼ਕ ਹੈ, ਉਹਨਾਂ ਦੇ ਪਰਿਵਾਰ ਸਾਡਾ ਸ਼ੋਅ ਵੇਖ ਰਹੇ ਨੇ, ਤਾਂ ਤੁਸੀਂ ਵੀ ਜ਼ਰੂਰ ਇਸ ਦੇ ਬਾਰੇ ਅੱਗੋਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਨੰਬਰ ਡਿਸਪਲੇ ਹੈ ਜਿਸ ਉੱਪਰ ਤੁਸੀਂ ਕਾਲ ਕਰੋ ਤਾਂ ਕਿ ਟਾਈਮਲੀ ਤੁਸੀਂ ਸਹੀ ਪ੍ਰੋਸੈਸ ਨੂੰ ਸਮਝ ਸਕੋ ਤੇ ਕੈਨੇਡਾ ਦੀ ਪੀਆਰ ਜੋ ਹੈ ਤੁਸੀਂ ਹਾਸਲ ਕਰ ਸਕੋ। ਸੋ ਅੱਗੋਂ ਮੈਂ ਜ਼ਰੂਰ ਤੁਸੀਂ ਦੱਸੋ ਕਿ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਆਪਾਂ ਕੈਨੇਡਾ ਪੀਆਰ ਬਾਰੇ ਸੋਚਦੇ ਹਾਂ, ਕੋਈ ਪ੍ਰੋਸੈਸ ਸ਼ੁਰੂ ਕਰਦਾ ਜੇਕਰ? ਸਭ ਤੋਂ ਪਹਿਲਾਂ ਤਾਂ ਬਿਲਕੁਲ ਹੀ ਸਭ ਤੋਂ ਜ਼ਿਆਦਾ ਇੱਕ ਗਾਈਡੈਂਸ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਤੁਸੀਂ ਟੂਰਿਸਟ ਵੀਜ਼ਾ ਦੀ ਫਾਈਲ ਲਾ ਲਓ। ਸਮ ਟਾਈਮ ਕੈਂਡੀਡੇਟ ਨੂੰ ਅਵੇਅਰਨੈਸ ਹੀ ਨਹੀਂ ਹੁੰਦੀ ਕਿ ਉਹਦੀ ਫਾਈਲ ਦੇ ਵਿੱਚ, ਟੂਰਿਸਟ ਵੀਜ਼ਾ ਦੇ ਵਿੱਚ ਕੀ ਇੰਪਲੋਇਮੈਂਟ ਹਿਸਟਰੀ ਲਾਈ ਜਾ ਰਹੀ ਹੈ, ਕਿਵੇਂ ਉਹਦੀ ਫਾਈਲ ਰਿਪਰੈਜ਼ੈਂਟ ਕੀਤੀ ਜਾ ਰਹੀ ਹੈ। ਬਹੁਤ ਹੀ ਮਿਸਗਾਈਡ ਕੀਤਾ ਜਾਂਦਾ ਹੈ ਕਿ ਤੁਸੀਂ ਫਾਈਲ ਲਾ ਲਓ, ਤੁਸੀਂ ਵੀਜ਼ਾ ਤੋਂ ਬਾਅਦ ਸਾਨੂੰ ਪੈਸੇ ਦੇ ਦਿਓ ਤੇ ਅਸੀਂ ਤੁਹਾਡੇ ਨਾਲ ਪੈਕੇਜ ਕਰ ਲੈਂਦੇ ਹਾਂ। ਵਿਜ਼ਟਰ ਵੀਜ਼ਾ ਕਦੇ ਵੀ ਕੋਈ ਸ਼ਾਰਟ ਨਹੀਂ ਹੁੰਦਾ ਹੈ।
ਆਲਵੇਜ਼ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹਦੇ ਕੋਲ ਜਾ ਰਹੇ ਹੋ, ਕੀ ਰੀਜ਼ਨ ਜਾਣਦਾ ਹੈ, ਤੁਹਾਡੀ ਪ੍ਰੋਫਾਈਲ ਕਿੱਦਾਂ ਦੀ ਹੈ। ਤੇ ਇਦਾਂ ਦੀ ਬਹੁਤ ਮਿਸਟੇਕਸ ਜਿਹੜੀ ਹੈ ਸਾਡੇ ਕੋਲ PR ਕੈਂਡੀਡੇਟ ਜਦੋਂ ਆਂਦਾ ਹੈ ਉਹਦੇ 2 ਵਾਰ ਰਿਫਿਊਜ਼ਲ ਹੋ ਗਈ, 3 ਵਾਰੀ ਹੋ ਗਈ, 4 ਵਾਰੀ ਹੋ ਗਈ। ਉਹ ਰਿਫਿਊਜ਼ਲ ਜਿੰਨੀ ਜ਼ਿਆਦਾ ਤੁਸੀਂ ਹਿਸਟਰੀ ਆਪਣੀ ਪ੍ਰੋਫਾਈਲ ਦੇ ਵਿੱਚ ਬਣਾਉਂਦੇ ਜਾਂਦੇ ਹੋ, ਸਾਨੂੰ ਉਨੀ ਹੀ ਜ਼ਿਆਦਾ ਹਰਡਲ ਜਿਹੜੀ ਹੈ ਤੁਹਾਡੀ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਕਰਨ ਦੇ ਵਿੱਚ ਆਉਂਦੀ ਹੈ। ਬਿਕੋਜ਼ ਜਦੋਂ ਤੁਸੀਂ PR ਦੀ ਫਾਈਲਿੰਗ ਕਰਦੇ ਹੋ, ਸਮ ਟਾਈਮ ਕੋਈ ਕੰਸਲਟੈਂਟ ਨੇ ਜਾਂ ਜਿਹਨੇ ਵੀ ਤੁਹਾਡੀ ਫਾਈਲ ਲਾਈ ਹੈ ਤੁਹਾਡੀ ਇੰਪਲੋਇਮੈਂਟ ਹਿਸਟਰੀ ਪਾਣਾ ਹੀ ਭੁੱਲ ਗਿਆ, ਜਾਂ ਫਿਰ ਤੁਹਾਡੀ ਹਿਸਟਰੀ ਗਲਤ ਪਾਤੀ, ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਤੁਹਾਡੀ ਉਹਨੇ ਕੀ ਹਿਸਟਰੀ ਪਾਈ ਹੈ। ਤੇ ਬਹੁਤ ਸਾਰੀ ਇਦਾਂ ਦੀ ਮਿਸਟੇਕਸ ਵਾਲੀ ਜਿਹੜੀ ਫਾਈਲਸ ਹੈ ਸਾਡੇ ਕੋਲ ਆਉਂਦੀ ਹੈ। ਫਿਰ ਉਸ ਬੱਚੇ ਨੂੰ ਜੇ ਤੁਹਾਡੇ ਕੋਲ ਰੀਸੈਂਟ ਰਿਫਿਊਜ਼ਲ ਹੈ, ਯੂ ਹੈਵ ਟੂ ਵੇਟ ਫॉर 2 ਇਅਰਸ, 2 ਸਾਲਾਂ ਦਾ ਜਿਹੜਾ ਗੈਪ ਹੈ ਉਹ ਪ੍ਰੋਫਾਈਲ ਦੇ ਵਿੱਚ ਪਾਣਾ ਪੈਂਦਾ ਹੈ, ਸੋ ਦੈਟ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰ ਸਕੋ। ਤੇ ਇਸ ਤੋਂ ਇਲਾਵਾ ਕੇਪਸ ਨੋਟ ਤੁਸੀਂ ਨਿਕਲਵਾ ਕੇ ਵੀ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੀ ਸ਼ੋ ਕੀਤਾ ਗਿਆ ਸੀਗਾ। ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਅਪਡੇਟ ਰਹਿਣਾ ਬਹੁਤ ਇੰਪੋਰਟੈਂਟ ਹੈ। ਜਿਵੇਂ UK ਦੀ ਗੱਲ ਕਰੀਏ, UK ਸਟੂਡੈਂਟ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਅਪਡੇਟਸ ਨੇ ਜਿਹੜੇ ਆ ਰਹੇ ਨੇ, ਆਸਟ੍ਰੇਲੀਆ ਨੂੰ ਲੈ ਕੇ ਬਹੁਤ ਅਪਡੇਟ ਆ ਰਹੇ ਨੇ। UK ਸਟੂਡੈਂਟ ਦੇ ਵਿੱਚ ਬਹੁਤ ਜ਼ਿਆਦਾ ਮਿਸਟੇਕ ਬੱਚੇ ਕੀ ਕਰ ਰਹੇ ਨੇ ਅੱਜ ਕੱਲ੍ਹ ਕਿ ਸਟੂਡੈਂਟ ਵੀਜ਼ਾ ਤੇ ਜਾ ਕੇ ਉੱਥੇ ਜਾ ਕੇ ਆਪਣਾ ਸਟੇਟਸ ਫਟਾਫਟ ਕਨਵਰਟ ਕਰਾਉਣ ਤੇ ਫੋਕਸ ਕਰ ਰਹੇ ਨੇ। ਤੇ ਬਹੁਤ ਸਾਰੀ ਇੱਦਾਂ ਦੀ ਯੂਨੀਵਰਸਿਟੀਜ਼ ਹੈ ਹੂ ਆਰ ਡਿਪੋਰਟਿੰਗ देयर ਸਟੂਡੈਂਟਸ, ਹੂ ਆਰ ਬੈਨ देयर ਸਟੂਡੈਂਟ, ਕਿਉਂਕਿ ਉਹਨਾਂ ਨੇ ਉੱਥੇ ਜਾਂਦੇ ਹੀ ਆਪਣੀ ਜਿਹੜੀ ਸਟੱਡੀਜ਼ ਹੈ ਉਹਨੂੰ ਲੈਫਟ ਕਰਤਾ। ਬਿਲਕੁਲ ਇੰਸਟੈਂਟ ਤੁਸੀਂ ਜੇ ਸੋਚਦੇ ਹੋ ਕਿ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਡਾਇਰੈਕਟਲੀ ਤੁਸੀਂ ਵਰਕ ਪਰਮਿਟ ਤੇ ਚਲੇ ਜਾਓ, ਡਾਇਰੈਕਟਲੀ PR ਲਈ ਚਲੇ ਜਾਓ, ਇਹ ਬਿਲਕੁਲ ਗਲਤ ਹੁੰਦੀ ਹੈ। ਬਹੁਤ ਥੋਰੋਲੀ ਹੋਮਵਰਕ ਜਿਹੜਾ ਹੈ ਇਹਦੇ 'ਚ ਰਿਕਵਾਇਰਡ ਹੁੰਦਾ ਹੈ। ਜੀ ਜੀ ਜੀ, ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ। ਸੋ ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਸਤਿ ਸ਼੍ਰੀ ਅਕਾਲ ਜੀ, ਜਸਪ੍ਰੀਤ ਕੌਰ ਗੱਲ ਕਰ ਰਹੀ ਹਾਂ ਜੀ ਤੁਤੂਏ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਆਪਣੇ ਬੇਟੇ ਦੇ ਲਈ ਪੁੱਛਣਾ ਜੀ, ਮੇਰੇ ਬੇਟੇ ਦੀ ਏਜ 21 ਈਅਰ ਹੈ ਓਕੇ ਤੇ ਕੁਆਲੀਫਿਕੇਸ਼ਨ ਉਹਦੀ +2 ਹੈ ਜੀ, ਉਹਨੇ ਕਮਰਸ ਨਾਲ ਮੈਥ ਕੀਤਾ ਹੈ। ਓਕੇ। ਆਇਲਸ ਕੀਤਾ ਹੈ? ਆਇਲ ਸਕੋਰ ਕਿੰਨਾ? ਸਕੋਰ ਹੈ ਜੀ ਉਹਦਾ ਨਾ 62। ਓਕੇ ਓਕੇ PT ਓਕੇ 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 ਜੀ। ਤੇ ਕੈਨੇਡਾ ਲਈ ਅਪਲਾਈ ਕਰਨਾ ਹੈ ਮੈਮ? ਹਾਂਜੀ ਮੈਮ, ਕੈਨੇਡਾ ਦੇ ਲਈ ਪੁੱਛਣਾ ਜੀ ਮੈਂ Okay. ਕਿ ਉਹਦਾ ਬਣ ਸਕਦਾ ਕੁਝ? ਬਿਲਕੁਲ ਬਿਲਕੁਲ ਮੈਮ, PT ਦੇ ਵਿੱਚ ਅੱਜ ਸ਼ੁਰੂਆਤ 'ਚ ਹੀ ਅਸੀਂ ਗੱਲ ਕਰ ਰਹੇ ਸੀਗੇ ਕਿ PT ਹੁਣ SDS ਕੈਟੇਗਰੀ ਦੇ ਵਿੱਚ ਵੀ ਕੁਆਲੀਫਾਈ ਹੋ ਗਿਆ ਹੈ ਤੇ ਸਕੋਰ ਵੀ ਬਿਲਕੁਲ ਠੀਕ ਹੈ ਤੁਹਾਡੇ ਮੁੰਡੇ ਦਾ। ਤੇ ਕਾਮਰਸ ਦੇ ਵਿੱਚ +2 ਇਹਨਾਂ ਨੇ ਕੀਤੀ ਹੈ। ਕਾਮਰਸ +2 ਦੇ ਵਿੱਚ ਤੁਸੀਂ ਅੱਗੇ ਬਿਜ਼ਨਸ ਮੈਨੇਜਮੈਂਟ ਨੂੰ ਵੀ ਗੋ ਥਰੂ ਕਰ ਸਕਦੇ ਹੋ ਤੇ ਹੋਰ ਵੀ ਵੱਡੇ ਪ੍ਰੋਗਰਾਮ ਨੇ ਜਿਹਦੇ ਵਿੱਚ ਤੁਸੀਂ ਬੱਚੇ ਦੀ ਸਪੈਸ਼ਲਿਟੀ ਕੀ ਹੈ, ਕਿਹੜੇ ਸਬਜੈਕਟ ਦੇ ਵਿੱਚ ਉਹਨੇ ਜ਼ਿਆਦਾ ਸਕੋਰ ਕੀਤਾ ਹੈ, ਉਹਦੇ ਅਕੋਰਡਿੰਗ ਬੱਚੇ ਨੂੰ ਇੱਕ ਕਾਉਂਸਲਿੰਗ ਸੈਸ਼ਨ ਦੇਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ, ਬਿਕੋਜ਼ ਬੱਚੇ ਦਾ ਫਿਊਚਰ ਇਸ ਤੇ ਡਿਪੈਂਡ ਕਰਦਾ ਹੈ। ਕਿਉਂਕਿ ਜੇ ਤੁਸੀਂ ਜਿਹੜਾ ਕੋਰਸ ਲੈਂਦੇ ਹੋ ਉਸ ਤੋਂ ਬਾਅਦ ਉਹਦਾ ਐਕਸਪੀਰੀਅੰਸ ਰਿਲੇਵੈਂਟ ਹੋਏਗਾ ਤਾਂ ਹੀ ਬੱਚਾ PR ਲਈ ਕੁਆਲੀਫਾਈ ਹੁੰਦਾ ਹੈ। ਤੇ ਬਹੁਤ ਸਾਰੀਆਂ ਗੱਲਾਂ ਨੇ, ਜੇ ਤੁਸੀਂ ਆਫਿਸ ਵਿਜ਼ਿਟ ਕਰੋਗੇ ਦੈਟ ਵੁੱਡ ਬੀ ਮੋਰ ਕਨਵੀਨੀਅੰਟ ਫॉर ਅਸ ਐਂਡ ਫॉर ਯੂ ਕਿ ਤੁਸੀਂ ਕਿੱਦਾਂ ਆਪਣੀ ਫਾਈਲ ਨੂੰ ਲਾ ਸਕਦੇ ਹੋ, ਕਿੱਦਾਂ ਵੀਜ਼ਾ ਆਪਾਂ 100% ਲੈ ਸਕਦੇ ਹਾਂ। ਜੀ ਜੀ ਜੀ, ਬਿਲਕੁਲ। ਸੋ ਮੈਂ ਇੱਥੇ ਗੱਲ ਜ਼ਰੂਰ ਕਰਨਾ ਚਾਹੂੰਗੀ, ਜਿਹੜਾ ਆਪਾਂ ਕੈਨੇਡਾ ਦਾ ਜਿਹੜਾ ਹੁਣ ਰੀਸੈਂਟ ਅਪਡੇਟ ਰਿਹਾ ਕਿ PT ਨੂੰ ਅਸੈਪਟ ਕਰ ਲਿਆ ਗਿਆ ਹੈ, SDS ਦੇ ਵਿੱਚ ਅਪਰੂਵਲ ਮਿਲ ਚੁੱਕੀ ਹੈ। ਸੋ ਇਸ ਦੇ ਨਾਲ ਕੀ ਲੱਗਦਾ ਕਿੰਨਾ ਕੁ ਜ਼ਿਆਦਾ ਹੋਰ ਰੁਝਾਨ ਸਟੂਡੈਂਟਸ ਦਾ ਕੈਨੇਡਾ ਲਈ ਔਰ ਕਿੰਨਾ ਕੁ ਜ਼ਿਆਦਾ ਰਸ਼ ਹੁਣ ਸੈਪਟੰਬਰ ਇਨਟੇਕ ਲਈ ਦਿਖ ਸਕਦਾ ਹੈ? ਬਿਲਕੁਲ ਮੈਮ, ਕੈਨੇਡਾ ਸਭ ਤੋਂ ਜ਼ਿਆਦਾ ਕਨਵੀਨੀਅੰਟ ਸ਼ੁਰੂ ਤੋਂ ਹੀ ਰਿਹਾ ਹੈ। ਬਿਲਕੁਲ। ਜਨਰਲ ਕੈਟੇਗਰੀ ਦੇ ਵਿੱਚ ਵੀ ਸਕਸੈਸ ਰੇਟ ਆ ਜਾਂਦਾ ਹੈ, SDS ਦੇ ਵਿੱਚ ਤਾਂ ਆਲਰੇਡੀ ਚੱਲਦਾ ਹੀ ਪਿਆ ਹੈ। ਤੇ ਸਪਾਊਸ ਨੂੰ ਲੈ ਕੇ ਵੀ ਆਲਵੇਜ਼ ਸਿਕਿਉਰ ਰਿਹਾ ਹੈ ਕਿ ਤੁਹਾਨੂੰ ਕੋਈ ਸਪਾਊਸ ਦੀ ਕੁਆਲੀਫਿਕੇਸ਼ਨ ਰਿਕੁਆਇਰਡ ਨਹੀਂ ਹੁੰਦੀ। ਜਿਵੇਂ ਹੁਣ ਹੋਰ ਕੰਟਰੀਜ਼ ਦੀ ਅਸੀਂ ਗੱਲ ਕਰਦੇ ਹਾਂ ਤੇ ਹੁਣ ਜਿਵੇਂ ਆਸਟ੍ਰੇਲੀਆ ਨੇ ਡਿਸਾਈਡ ਕੀਤਾ ਹੋਇਆ ਕਿ ਮਿਨੀਮਮ ਸਪਾਊਸ ਵੀ ਤੁਹਾਡਾ ਗ੍ਰੈਜੂਏਟ ਹੋਣਾ ਚਾਹੀਦਾ ਹੈ, ਬਟ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਦਾ ਸਪਾਊਸ ਜਿਹੜਾ ਉਹ ਮਿਨੀਮਮ ਗ੍ਰੈਜੂਏਟ ਹੋਵੇ। ਸਮ ਟਾਈਮ 10th ਵੀ ਹੁੰਦਾ, +2 ਵੀ ਹੁੰਦਾ ਹੈ। ਤੇ UK ਦੇ ਵਿੱਚ ਵੀ ਸਪਾਊਸ ਕੇਸਿਸ ਨੂੰ ਲੈ ਕੇ ਬਹੁਤ ਜ਼ਿਆਦਾ ਉਥਲ-ਪੁਥਲ ਜੀ ਮਚੀ ਰਹਿੰਦੀ ਹੈ ਤੇ ਕੈਨੇਡਾ ਇਜ਼ ਆਲਵੇਜ਼ ਸੇਫ। ਕੈਨੇਡਾ ਦੇ ਵਿੱਚ ਤੁਹਾਨੂੰ ਇਹ ਬੜਾ ਬੈਨੀਫਿਟ ਰਹਿੰਦਾ ਹੈ ਕਿ ਜੇ ਤੁਹਾਡੇ ਐਪਲੀਕੈਂਟ ਦਾ ਵੀਜ਼ਾ ਲੱਗ ਗਿਆ ਤੁਹਾਡਾ ਵੀਜ਼ਾ ਆਣਾ ਹੀ ਆਣਾ ਹੈ, ਜੇ ਤੁਹਾਡੀ ਜੈਨੂਇਨ ਮੈਰਿਜ ਹੈ, ਜੇ ਤੁਹਾਡੇ ਕੋਲ ਸਾਰੇ ਪ੍ਰੂਫ ਅਵੇਲੇਬਲ ਨੇ। ਬਿਲਕੁਲ ਬਿਲਕੁਲ। ਸੋ ਬਾਕੀ ਤੁਹਾਡਾ ਆਪਣਾ ਕੋਈ ਵੀ ਸਵਾਲ ਹੋਵੇ, ਅਸੀਂ ਜ਼ਰੂਰ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ ਕੋਈ ਵੀ ਡਾਊਟ ਹੋਵੇ ਤਾਂ ਜ਼ਰੂਰ ਇਸ ਨੰਬਰ ਤੇ ਤੁਸੀਂ ਕਾਲ ਕਰ ਲਓ। ਇਨ ਕੇਸ ਤੁਹਾਡੀ ਸ਼ੋਅ ਦੌਰਾਨ ਕਾਲ ਨਹੀਂ ਵੀ ਲੱਗ ਸਕੀ ਹੈ, ਤੁਸੀਂ ਸ਼ੋਅ ਤੋਂ ਬਾਅਦ ਵੀ ਇਸ ਨੰਬਰ ਦੇ ਉੱਪਰ ਕਾਲ ਜ਼ਰੂਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਟਾਈਮਲੀ ਸਭ ਚੀਜ਼ਾਂ ਦੀ ਕਲੈਰਿਟੀ ਹੋਵੇ ਤੇ ਤੁਸੀਂ ਸਹੀ ਆਪਸ਼ਨਸ ਦੇ ਨਾਲ ਅੱਗੇ ਚੱਲੋ। ਤੇ ਜੇਕਰ ਤੁਸੀਂ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਮੋਹਾਲੀ ਸੈਕਟਰ 82 ਵਿੱਚ ਇਹਨਾਂ ਦਾ ਆਫਿਸ ਹੈ, ਬਹੁਤ ਵਧੀਆ ਰਹੇਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਓ, ਅਸੈਸਮੈਂਟ ਕਰਵਾਓ ਤੇ ਸਹੀ ਰਸਤੇ ਤੇ ਅੱਗੇ ਵਧੋ। ਸੋ ਲਾਸਟ ਵਿੱਚ ਜ਼ਰੂਰ ਕਹਿਣਾ ਚਾਹਾਂਗੇ ਕਿ ਹੋਰ ਅਸੀਂ ਕਾਲ ਰਿਸੀਵ ਨਹੀਂ ਕਰ ਸਕਾਂਗੇ, ਸਮਾਂ ਸਾਡੇ ਕੋਲ ਹੋਰ ਨਹੀਂ ਰਿਹਾ, ਪਰ ਮਾਫੀ ਚਾਹੁੰਦੇ ਹਾਂ ਉਹਨਾਂ ਦਰਸ਼ਕਾਂ ਤੋਂ ਜੋ ਹਲੇ ਵੀ ਕਾਲ ਲਗਾ ਰਹੇ, ਪਰ ਸ਼ੋਅ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ ਤੇ ਰਾਈਟ ਗਾਈਡੈਂਸ ਦੇ ਲਈ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੀ ਟੀਮ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਛੋਟਾ ਜਿਹਾ ਮੈਸੇਜ ਜਾਂਦੇ ਹੋਏ ਤੁਹਾਡੇ ਤੋਂ। ਬਿਲਕੁਲ, ਕਦੇ ਵੀ ਆਪਣੀ ਪ੍ਰੋਫਾਈਲ ਨੂੰ ਜਦੋਂ ਵੀ ਤੁਸੀਂ ਕਿਸੇ ਵੀ ਪ੍ਰੋਗਰਾਮ ਦੇ ਲਈ ਲਾਉਂਦੇ ਹੋ
ਪਹਿਲਾਂ ਉਹ ਚੈੱਕ ਕਰਨਾ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਪ੍ਰੋਫਾਈਲ ਉਸ ਪ੍ਰੋਗਰਾਮ ਦੇ ਨਾਲ ਮੈਚ ਹੋ ਰਹੀ ਹੈ ਕਿ ਨਹੀਂ। ਰੈਂਡਮਲੀ ਕਦੇ ਵੀ ਵਿਜ਼ਟਰ ਵੀਜ਼ਾ ਦੀ ਫਾਈਲਿੰਗ ਨੂੰ ਕਦੇ ਨਾ ਲਾਓ, ਬਿਕੋਜ਼ ਤੁਹਾਡੀ ਪ੍ਰੋਫਾਈਲ ਇੱਕ ਵਾਰੀ ਐਂਟਰ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਨੂੰ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਵਧੀਆ ਕੰਸਲਟੈਂਟ ਤੋਂ ਗਾਈਡੈਂਸ ਲੈ ਕੇ ਆਪਣੀ ਫਾਈਲ ਨੂੰ ਅਪਲਾਈ ਕਰੋ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਕੈਨੇਡਾ ਪੀਆਰ ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਕਾਫੀ ਕਲੈਰਿਟੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ, ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਹੋਰ ਇਨਫੋਰਮੇਟਿਵ ਸ਼ੋਜ਼ ਲੈ ਕੇ ਆਉਂਦੇ ਰਵਾਂਗੇ। ਫਿਲਹਾਲ ਦੇ ਲਈ ਮੈਨੂੰ ਵੀ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।